ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਰੂ ਕਰਦੇ ਹਾਂ ਕਾਂਡ ਨੰਬਰ 15। ਹੁਣ ਕੁਝ ਸਮਾਂ ਪੰਜਾਬ ਤੇ ਸੁੱਖ ਦਾ ਬੀਤਿਆ। ਸਿੰਘ ਵੀ ਇਸ ਵੇਲੇ ਸੁਖੀ ਸਨ। ਲਾਹੌਰ ਵੀ ਅਮਨ ਵਿੱਚ, ਮੁਲਤਾਨ ਵੀ ਸੁੱਖ ਵਿੱਚ, ਦੁਆਬਾ ਵੀ ਚੈਨ ਵਿੱਚ। ਪਰ ਉਸ ਹਾਕਮ ਨੂੰ ਜੋ ਸੁੰਦਰੀ ਦੇ ਪਿੱਛੇ ਪਿਆ ਹੋਇਆ ਸੀ, ਚੈਨ ਨਹੀਂ ਸੀ। ਉਸ ਨੂੰ ਫੜ ਮੰਗਵਾਉਣ ਦੇ ਅਨੇਕ ਉਪਾਅ ਸੋਚਦਾ, ਪਰ ਪੇਸ਼ ਨਾ ਜਾਂਦੀ। ਕਦੇ ਸਿੱਖਾਂ ਨਾਲ ਮੇਲ ਕਰਦਾ ਤੇ ਕਦੇ ਵੈਰ। ਹੁਣ ਇਹ ਫੇਰ ਮੈਤਰੀ ਰੱਖਣ ਲੱਗਾ। ਕਈ ਸੂਏ ਛੱਡੇ, ਪਰ ਸੁੰਦਰੀ ਜੋ ਧਰਮ ਦਾ ਸੂਰਜ ਸੀ, ਅਜਿਹੇ ਮੂਰਖਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ। ਵਰਾ ਡੇਢ ਕੁ ਬੀਤਿਆ। ਮੀਰ ਮੰਨੂ ਨੇ ਆਪਣੇ ਕਰਾਰਾਂ ਮੂਜਬ ਕਾਬਲ ਵਾਲੇ ਨੂੰ ਟਕੇ ਨਾ ਭਰੇ, ਸੋ ਉਹ ਫੌਜ ਲੈ ਕੇ ਪੰਜਾਬ ਪਰ ਤੀਸਰੀ ਵੇਰ ਚੜ ਆਇਆ। ਇਹ ਸੰਮਤ 1807 ਬਿਕਰਮੀ ਦਾ ਸਮਾਚਾਰ ਹੈ। ਮੁਲਤਾਨੋਂ ਮਹਾਰਾਜਾ ਕੌੜਾ ਮੱਲ, ਜਲੰਧਰੋਂ ਅਦੀਨਾ ਬੇਗ ਤੇ ਹੋਰਨਾਂ ਥਾਵਾਂ ਤੇ ਹੋਰ ਸਰਦਾਰਾਂ ਨੂੰ ਸੱਦ ਕੇ ਜੰਗ ਦੀ ਤਿਆਰੀ ਕੀਤੀ ਗਈ ਤੇ ਮੋਰਚੇ ਬਣਾਏ ਗਏ। ਮਹਾਰਾਜਾ ਕੌੜਾ ਮੱਲ ਦੀ ਸਿਫਾਰਿਸ਼ ਨਾਲ ਸਿੰਘ ਫੇਰ ਕੁਮਕ ਲਈ ਸੱਦੇ ਗਏ। 30,000 ਖਾਲਸਾ ਇਸ ਵੇਲੇ ਲਾਹੌਰ ਦੀ ਕੁਮਕ ਤੇ ਇਕੱਠਾ ਹੋਇਆ ਦਸੀਦਾ ਹੈ। 4-5 ਮਹੀਨੇ ਸਾਹਮਣਾ ਰਿਹਾ, ਪਰ ਯੁੱਧ ਕੁਝ ਖਰਾ ਨਾ ਹੋਇਆ। ਛੇਕੜ ਆਮੋ ਸਾਹਮਣੇ ਹੱਲੇ ਹੋਏ। ਡਾਡਾ ਗੁੱਥਮ ਗੁੱਥਾ ਹੋਇਆ। ਦੁਪਹਿਰ ਤੀਕ ਜੀ ਰੱਜਵਾਂ ਘਮਸਾਨ ਮਚਿਆ। ਮਹਾਰਾਜਾ ਕੌੜਾ ਮੱਲ ਦੀ ਬਹਾਦਰੀ ਸਲਾਹੁਣ ਯੋਗ ਸੀ। ਖਾਲਸੇ ਦੇ ਹੱਥ ਵੀ ਕਰਾਰੇ ਵੱਜ ਰਹੇ ਸਨ। ਸੁੰਦਰੀ ਇਸ ਜੰਗ ਵਿੱਚ ਵੀ ਨਾਲ ਸੀ ਤੇ ਜ਼ਖਮੀਆਂ ਦੀ ਸੇਵਾ ਦਾ ਕੰਮ ਕਰ ਰਹੀ ਸੀ। ਉਹ ਹਾਕਮ ਵੀ ਲਾਹੌਰ ਵੱਲੋਂ ਹੋ ਕੇ ਦੁਰਾਨੀਆਂ ਨਾਲ ਲੜ ਰਿਹਾ ਸੀ। ਸਿੰਘਾਂ ਦਾ ਦਲ ਤੇ ਉਸਦੀ ਫੌਜ ਇੱਕੋ ਪਾਸੇ ਹੋਣ ਕਰਕੇ ਕਈ ਮੌਕੇ ਉਸਨੂੰ ਸੁੰਦਰੀ ਦੇ ਪਰਉਪਕਾਰੀ ਕੰਮਾਂ ਦੇ ਸੁਣਨ ਦੇਖਣ ਵਿੱਚ ਆਏ। 5-7 ਵਾਰੀ ਸੁੰਦਰੀ ਨੂੰ ਪਰਉਪਕਾਰ ਵਿੱਚ ਜਫਰ ਜਾਲਦੀ ਨੂੰ ਵੇਖ ਕੇ ਹੱਕਾ ਬੱਕਾ ਹੋ ਰਿਹਾ ਸੀ। ਅਰ ਵੱਡਾ ਅਚੰਭਿਤ ਉਸ ਵੇਲੇ ਹੋਇਆ ਜਿਸ ਵੇਲੇ ਉਸਨੂੰ ਇਹ ਪਤਾ ਲੱਗਾ ਕਿ ਉਹ ਕਈ ਵੇਰ ਦੋਸਤ ਦੁਸ਼ਮਣ ਦਾ ਵੇਰਵਾ ਕੀਤੇ ਬਿਨਾਂ ਫੱਟੜਾਂ ਦੀ ਸਹਾਇਤਾ ਕਰ ਜਾਂਦੀ ਹੈ। ਇਸ ਯੁੱਧ ਵਿੱਚ ਇਕਲਾਬ ਵੱਲੋਂ ਸ਼੍ਰੀ ਕੌੜਾ ਮੱਲ ਜੀ ਨੇ ਜ਼ੋਰ ਦੇ ਕੇ ਇੱਕ ਐਸੇ ਵੇਲੇ ਹੱਲਾ ਬੋਲਿਆ ਕਿ ਪਠਾਣਾ ਵਿੱਚ ਹਲਚਲੀ ਪੈ ਗਈ ਅਰ ਪੈਰ ਉਖੜ ਗਏ ਤੇ ਫਤਿਹ ਨੇੜੇ ਸੀ। ਇਸ ਵੇਲੇ ਅਦੀਨਾ ਬੇਗ ਦੁਆਬੇ ਦੇ ਨਵਾਬ ਨੇ ਦੀਵਾਨ ਜੀ ਦੀ ਮਦਦ ਵਿੱਚ ਢਿੱਲ ਮੱਠ ਕੀਤੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਫਤਿਹ ਦਾ ਸਿਹਰਾ ਮਹਾਰਾਜਾ ਕੌੜਾ ਮੱਲ ਨੂੰ ਮਿਲੇ। ਅਦੀਨਾ ਬੇਗ ਇਸ ਵੇਲੇ ਜੰਗ ਦੀ ਵਿਉਂਤ ਵਿੱਚ ਆਪ ਦਾ ਕੁਮਕੀਆ ਸੀ। ਮਹਾਰਾਜਾ ਕੌੜਾ ਮੱਲ ਜੀ ਉਸ ਵੇਲੇ ਆਪਣੇ ਦਲ ਸਣੇ ਮਰਨ ਮਾਰਨ ਮੰਡ ਕੇ ਟੁੱਟ ਕੇ ਵੈਰੀ ਤੇ ਜਾ ਪਏ, ਪਰ ਸੌਖ ਕੀ ਇੱਕ ਗੋਲੀ ਮੱਥੇ ਵਿੱਚ ਵੱਜੀ ਤੇ ਆਪ ਦੀ ਬਹਾਦਰ ਤੇ ਨਿਰਭੈ ਆਤਮਾ ਸਰੀਰ ਛੋੜ ਗਈ। ਇੱਥੇ ਤਵਾਰੀਖ ਖਾਲਸਾ ਵਿੱਚ ਇਉਂ ਲਿਖਿਆ ਹੈ ਕਿ ਅਜਿਹੇ ਜਵਾਨ ਮਰਦ ਤੇ ਬਹਾਦਰ ਅਰ ਪੱਤ ਵਾਲੇ ਸਰਦਾਰ ਦੇ ਮਰ ਜਾਣ ਨਾਲ ਨਾ ਨਿਰਾ ਮੰਨੂ ਦਾ ਹੌਸਲਾ ਟੁੱਟਾ, ਸਗੋਂ ਸਾਰੀ ਫੌਜ ਦੇ ਪੈਰ ਉਖੜ ਗਏ ਅਰ ਨੱਸ ਤੁਰੇ। ਹੋਰ ਇਤਿਹਾਸਕਾਰ ਵੀ ਇਸ ਹਾਰ ਦਾ ਕਾਰਨ ਦੀਵਾਨ ਸਾਹਿਬ ਦੀ ਮੌਤ ਸਮਝਦੇ ਹਨ। ਮੰਨੂ ਨੱਸ ਕੇ ਲਾਹੌਰ ਜਾ ਵੜਿਆ। ਸਿੱਖ ਵੀ ਆਪਣੇ ਸੱਜਣ ਨੂੰ ਸ਼ਹੀਦ ਹੋਇਆ ਵੇਖ ਤੇ ਮੰਨੂ ਨੂੰ ਭੱਜਦਿਆਂ ਤੱਕ ਉਦਾਸ ਹੋ ਗਏ। ਸੱਚ ਪੁੱਛੋ ਤਾਂ ਇਹ ਇਸੇ ਮਰਦ ਦੀ ਅਕਲ ਸੀ ਕਿ ਮੀਰ ਮੰਨੂ ਵਰਗੇ ਜ਼ਾਲਮ ਤੋਂ ਉਸਨੇ ਸਿੰਘਾਂ ਨੂੰ ਦੰਦਾਂ ਵਿਖੇ ਜੀਭ ਵਾਂਗੂ ਬਚਾ ਰੱਖਿਆ ਸੀ ਅਰ ਤਬਾਹ ਨਹੀਂ ਸੀ ਹੋਣ ਦਿੱਤਾ। ਇਤਿਹਾਸਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਮਗਰੋਂ ਮੀਰ ਮੰਨੂ ਨੇ ਉਹ ਦੁੱਖ ਸਿੱਖਾਂ ਨੂੰ ਦਿੱਤੇ ਹਨ ਕਿ ਕਲੇਜਾ ਕੰਬਦਾ ਹੈ। ਫੇਰ ਕਦੀ ਉਹਨਾਂ ਦੁੱਖਾਂ ਦੀ ਵਾਰਤਾ ਲਈ ਸਮਾਂ ਲੱਭਾ ਤਦ ਲਿਖਾਂਗੇ। ਇੱਥੇ ਇਹ ਦੱਸਦੇ ਹਾਂ ਕਿ ਜਦ ਮੁੱਦਈ ਨੱਸ ਤੁਰਿਆ ਤਦ ਉਗਾ ਕੀ ਕਰਦੇ। ਇਹ ਵਿਚਾਰ ਕਰਕੇ ਸਿੰਘਾਂ ਨੇ ਵੀ ਇੱਕ ਰੁੱਖ ਮੂੰਹ ਧਰ ਕੇ ਕੂਚ ਬੋਲੀ। ਇਸ ਵੇਲੇ ਸੁੰਦਰੀ ਅਰ ਧਰਮ ਕੌਰ ਇੱਕ ਪਾਸੇ ਵੱਲ ਭਾਈ ਬਿਜਲਾ ਸਿੰਘ ਜੀ ਦੀ ਪਿੰਡਲੀ, ਜਿਸ ਵਿੱਚੋਂ ਗੋਲੀ ਲੰਘ ਗਈ ਸੀ, ਉੱਤੇ ਪੱਟੀ ਬੰਨ ਰਹੀਆਂ ਸਨ। ਇਸ ਕੰਮ ਤੋਂ ਵਿਹਲਾ ਹੋ ਬਿਜਲਾ ਸਿੰਘ ਕਸੀਸ ਵੱਟ ਕੇ ਘੋੜੇ ਤੇ ਚੜ ਕੇ ਤੁਰ ਪਿਆ। ਸਿੰਘਣੀਆਂ ਵੀ ਆਪਣੇ ਘੋੜਿਆਂ ਪਰ ਸਵਾਰ ਹੋ ਕੇ ਆਪਣੇ ਭਰਾਵਾਂ ਦੇ ਦਲ ਦੇ ਮਗਰ ਚੱਲੀਆਂ। ਸੁੰਦਰੀ ਦਾ ਘੋੜਾ ਅੱਜ ਇੱਕ ਸੱਟ ਖਾਣ ਕਰਕੇ ਜ਼ਰਾ ਹਲਕਾ ਚੱਲਦਾ ਸੀ, ਪਰੰਤੂ ਫੇਰ ਵੀ ਆਪਣੇ ਸਵਾਰ ਨੂੰ ਲਈ ਗਿਆ ਤਾਂ ਵੀ ਧਰਮ ਕੌਰ ਨਾਲੋਂ ਵਿੱਥ ਪੈ ਗਈ। ਦੌੜੀ ਜਾਂਦੀ ਨਜ਼ਰ ਇੱਕ ਟੋਏ ਵਿੱਚ ਪਈ, ਜਿੱਥੇ ਇੱਕ ਪਠਾਨ ਤੜਫਣੀ ਵਿੱਚ ਲੁੱਚ ਰਿਹਾ ਸੀ। ਘਾਵਾਂ ਨਾਲ ਲਹੂ ਲੁਹਾਨ ਸੀ, ਜਿੰਦ ਟੁੱਟ ਰਹੀ ਸੀ ਤੇ ਕੁਚਲੇ ਖਾਦੇ ਹੋਏ ਪੁਰਖ ਵਾਂਗੂ ਤੜਫਦਾ ਅਰ ਬਚਨ ਕਹਿੰਦਾ ਸੀ, ਆਬ ਆਬ
ਬਰਾਏ ਖੁਦਾ ਆਬ। ਪਾਣੀ ਪਾਣੀ। ਸੁੰਦਰੀ ਦੇ ਸਿੰਗਣੀਆਂ ਵਾਲੇ ਦਇਆ ਨਾਲ ਭਰਪੂਰ ਹਿਰਦੇ ਵਿੱਚ ਤਰਸ ਆ ਗਿਆ। ਇੱਕ ਆਦਮੀ ਦੇ ਬੱਚੇ ਦੀ ਇਹ ਦੁਰਦਸ਼ਾ ਵੇਖ ਕੇ ਰਿਹਾ ਨਾ ਗਿਆ। ਭਾਵੇਂ ਆਪਣਾ ਦੁੱਖ ਵੀ ਵੇਖਦੀ ਸੀ, ਪਰ ਪਿਆਰੀ ਜਿੰਦ ਹੂਲ ਕੇ ਘੋੜੇ ਤੋਂ ਉਤਰੀ ਔਰ ਆਪਣੀ ਜਿਸਤੀ ਸੁਰਾਹੀ ਵਿੱਚੋਂ 2 ਘੁੱਟ ਪਾਣੀ ਉਸਦੇ ਮੂੰਹ ਵਿੱਚ ਚੋਇਆ। ਪਾਣੀ ਕੀ ਸੀ? ਅੰਮ੍ਰਿਤ ਸੀ। ਪਠਾਨ ਵਿੱਚ ਜਿੰਦ ਪੈ ਗਈ। ਅੱਖਾਂ ਖੋਲ ਕੇ ਆਖਣ ਲੱਗ ਪਿਆ, ਹਜ਼ਾਰ ਸ਼ੁਕਰਬੰਦ ਹੋਏ ਤੋਅਮ। ਇਹੋ ਜਿਹੀਆਂ ਫਾਰਸੀਆਂ ਮਾਰਨ ਲੱਗ ਗਿਆ। ਸੁੰਦਰੀ ਨੇ ਡਿੱਠਾ, ਇਸ ਦੇ ਗੋਡੇ ਤੇ ਪੱਟ ਦੇ ਕੋਲ ਤਲਵਾਰ ਨੇ ਫੱਟ ਲਾਇਆ ਔਰ ਛਾਤੀ ਹੇਠ ਵੀ ਇੱਕ ਘਾਉ ਹੈ। ਉਸਦੀ ਪੱਗ ਪਾੜ ਕੇ ਉਸਦਾ ਲਹੂ ਪੂੰਝ ਕੇ ਫੱਟ ਬੰਨਣ ਲੱਗੀ। ਪਠਾਨ ਇਹ ਵੇਖ ਕੇ ਬੜਾ ਸ਼ੁਕਰਗੁਜ਼ਾਰ ਸੀ। ਖੁਸ਼ੀ ਵਿੱਚ ਆ ਕੇ ਪੁੱਛਣ ਲੱਗਾ, ਮੁਸਲਮਾਨ ਹਸਤੀ, ਮੋਮਨ ਹਸਤੀ, ਮੁਸਲਮਾਨੀ, ਬੂਗੋ ਕੁਦਾਮ ਕਸ ਹਸਤੀ, ਮੁਸਲਮਾਨੀ, ਦੀਗਰ ਕਸ ਚੁਨਾ ਖੈਰ ਮੈਂ ਕੁਨੰਦ। ਅੱਜ ਕਾਫਰਾਂ ਕਾਰੇ ਨੇਕੀ ਮੁਮਕਿਨ ਨੇਸਤ। ਅਰਥਾਤ ਤੂੰ ਕੌਣ ਹੈ? ਮੁਸਲਮਾਨੀ ਹੈ, ਕਾਫਰ ਤਾਂ ਨਹੀਂ ਹੋ ਸਕਦੀ। ਕਾਫਰਾਂ ਤੋਂ ਨੇਕੀ ਕਿੱਥੇ? ਇਹ ਮੁਸਲਮਾਨੀ ਹੋ। ਸੁੰਦਰੀ ਹੋਰ ਤਾਂ ਨਾ ਸਮਝੀ, ਪਰ ਇਹ ਸਮਝੀ ਕਿ ਇਹ ਪੁੱਛਦਾ ਹੈ ਤੂੰ ਕੌਣ ਹੈ। ਸੁੱਤੇ ਹੀ ਉਸਦਾ ਸਿਰ ਹਿੱਲ ਗਿਆ ਔਰ ਸਿੰਗਣੀ ਮੂੰਹੋਂ ਨਿਕਲ ਗਿਆ। ਅਸਲ ਵਿੱਚ ਸੁੰਦਰੀ ਦਾ ਦਿਲ ਆਪਣੇ ਜਥੇ ਤੋਂ ਦੂਰ ਰਹਿ ਜਾਣ ਦੇ ਫਿਕਰ ਵਿੱਚ ਸੀ। ਸੁੰਦਰੀ ਦੇ ਮੂੰਹੋਂ ਸਿੰਗਣੀ ਨਿਕਲਣਾ ਹੀ ਸੀ ਕਿ ਪਠਾਨ ਨੂੰ ਜੋਸ਼ ਚੜ੍ਹ ਗਿਆ। ਆਪਣੇ ਪਾਸ ਡਿੱਗੀ ਤਲਵਾਰ ਚੱਕ ਕੇ ਤੇ ਡਾਢੇ ਜ਼ੋਰ ਨਾਲ ਹੁਜਕ ਕੇ ਵਿਚਾਰੀ ਸੁੰਦਰੀ ਦਇਆ ਦੀ ਘਾਣ ਸੁੰਦਰੀ ਨੂੰ ਵਾਹ ਦਿੱਤੀ। ਆਪ ਫਿਰ ਅਜਿਹਾ ਡਿੱਗਾ, ਮੁੜ ਨਾ ਉੱਠਿਆ। ਸੁੰਦਰੀ ਖਾਲਸੇ ਦੀ ਨਿੱਧ ਸੁੰਦਰੀ ਘਾਉ ਖਾਂਦੀ ਹੀ ਧੜ ਕਰਕੇ ਡਿੱਗੀ। ਲਹੂ ਦੇ ਫਰਾਟੇ ਚੱਲ ਪਏ। ਬੇਹੋਸ਼ ਪਈ ਹੈ। ਸਾਹ ਮੱਧਮ ਜਿਹਾ ਆ ਰਿਹਾ ਹੈ। ਗੁਲਾਬ ਵਰਗਾ ਚਿਹਰਾ ਚਿੱਟਾ ਹੋ ਗਿਆ ਹੈ, ਮਾਨੋ ਸੰਗਮਰਮਰ ਦੀ ਪੁਤਲੀ ਧਰੀ ਹੈ। ਹਾਏ ਸੁੰਦਰੀ, ਤੇਰੀ ਦਇਆ ਤੈਨੂੰ ਕਸਾਇਣ ਹੋ ਢੁਕੀ। ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਭੈਣ, ਵੈਰੀ ਤੇ ਸੱਪ ਇੱਕ ਤੁਲ ਹੁੰਦੇ ਹਨ। ਵੈਰੀਆਂ ਦਾ ਵਸਾ ਨਾ ਕਰਿਆ ਕਰ। ਇਹ ਕਿਸੇ ਦੇ ਸਕੇ ਨਹੀਂ। ਇਹਨਾਂ ਦੇ ਡੰਗੇ ਦਾ ਮੰਤਰ ਨਹੀਂ। ਭੋਲੀ ਸੁੰਦਰੀ, ਤੈਨੂੰ ਰਾਜਨੀਤੀ ਚੇਤੇ ਨਹੀਂ। ਤੂੰ ਧਰਮ ਮੂਰਤ ਦਇਆ ਦੀ ਪੁੰਜ ਹੈ। ਲੈ ਹੁਣ ਦੇਖ ਇਕੱਲੀ ਕਿੱਥੇ ਪਈ ਹੈ। ਜਿੱਥੇ ਤੇਰਾ ਕੋਈ ਬੇਲੀ ਨਹੀਂ। ਆ ਤੇਰਾ ਪਿਆਰਾ ਘੋੜਾ ਮੁੜ ਮੁੜ ਤੇਰੇ ਵੱਲ ਤੱਕਦਾ ਹੈ। ਤੇਰੇ ਨੇੜੇ ਆ ਕੇ ਤੈਨੂੰ ਸੁੰਘਦਾ ਹੈ, ਫੇਰ ਚੁਫੇਰੇ ਤੱਕਦਾ ਹੈ, ਮਾਨੋ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆ ਕੇ ਸਾਰ ਲਵੇ। ਕਦੀ ਪਠਾਨ ਵੱਲ ਘੂਰਦਾ ਹੈ, ਪਰ ਕੀ ਕਰੇ, ਬੇਜ਼ੁਬਾਨ ਪਸ਼ੂ ਹੈ। ਧੰਨ ਤੂੰ, ਧੰਨ ਤੇਰਾ ਧਰਮ, ਜਿਸ ਨੇ ਪਸ਼ੂਆਂ ਵਿੱਚ ਵੀ ਤੇਰਾ ਪਿਆਰ ਪਾਇਆ ਹੈ। ਪਈ ਰਹੋ ਪਿਆਰੀ ਸੁੰਦਰੀ, ਹੁਣ ਇਸ ਉਜਾੜ ਵਿੱਚ ਸਦੀਆਂ ਤੇਰੇ ਤੇ ਬੀਤਣ। ਤੂੰ ਪਈ ਰਹੋ। ਹਾਏ ਕੀ ਪਤਾ ਤੇਰੀ ਅਜੇ ਕੀ ਕਿਸਮਤ ਹੈ। ਹੇ ਅੱਜ ਕੱਲ ਦੀਆਂ ਸੋਨੇ ਵਿੱਚ ਪੀਲੀਆਂ ਹੋ ਕੇ ਸੁੱਖ ਨਾਲ ਬੈਠੀਓ ਸਿੰਘਣੀਓ, ਗਰੀਬ ਤੇ ਅਮੀਰ ਸਿੱਖਾਂ ਦਿਓ ਧੀਓ, ਭੈਣੋ ਤੇ ਮਾਵੋ, ਜ਼ਰਾ ਆਪਣੀ ਵਡੇਰੀ ਸੁੰਦਰੀ ਦੇ ਸਦਕ ਤੇ ਕਸ਼ਟਾਂ ਵੱਲ ਦੇਖੋ। ਕਿੰਨਾ ਔਕੜਾਂ ਵਿੱਚ ਫਸਦੀ ਹੈ, ਪਰ ਧਰਮ ਨਹੀਂ ਹਾਰਦੀ। ਜਾਨ ਜੋਖੋ ਵਿੱਚ ਪਾਉਂਦੀ ਹੈ, ਪਰ ਆਪਣੇ ਸ਼ੁਭ ਗੁਣ ਨਹੀਂ ਛੱਡਦੀ। ਕਿਸ ਆਪਦਾ ਅਰ ਵਿਪਦਾ ਦੇ ਸਮਿਆਂ ਵਿੱਚ ਸਿੰਘ ਧਰਮ ਪਰ ਦ੍ਰਿੜਤਾ ਰੱਖਦੀ ਹੈ। ਜਰਾ ਆਪਣੀ ਵੱਲ ਤੱਕੋ ਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ। ਆਪਣੇ ਪਰਮੇਸ਼ਰ ਤੇ ਸਤਿਗੁਰਾਂ ਨੂੰ ਤਿਆਗ ਕੇ ਪੱਥਰਾਂ, ਬਿਰਛਾਂ, ਠਾਕਰਾਂ, ਮੜੀਆਂ ਤੇ ਪੀਰਾਂ ਨੂੰ ਪੂਜਦੀਆਂ ਹੋ। ਸਿੰਘ ਧਰਮ ਤੋਂ ਗਾਫਲ ਹੋ ਕੇ ਦੂਜੇ ਧਰਮ ਵਿੱਚ ਰਲਦੀਆਂ ਹੋ। ਆਪ ਸਤਿਗੁਰਾਂ ਤੋਂ ਬੇਮੁਖ ਹੋ ਕੇ ਆਪਣੀ ਸੰਤਾਨ ਨੂੰ ਵੀ ਦੂਜੇ ਧਰਮ ਦੀ ਸਿੱਖਿਆ ਦਿੰਦੀਆਂ ਹੋ। ਤੁਹਾਡੀ ਔਲਾਦ ਵੱਡੀ ਹੋ ਕੇ ਤੁਹਾਡੇ ਵਰਗੀ ਕੱਚ ਘਰੜ ਹੋ। ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ, ਧੜ ਤੂਤ ਦਾ ਤੇ ਲੱਤਾਂ ਧਰੇਕ ਦੀਆਂ। ਤੁਸਾਂ ਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਭੇਖੀ ਸਾਧਾਂ ਦੀ ਜੂਠ ਖਾਣੀ ਧਰਮ ਜਾਣਿਆ। ਤੁਸਾਂ ਪੁੱਤਰਾਂ ਨੂੰ ਅੰਮ੍ਰਿਤ ਤੋਂ ਬੇਮੁਖ ਕਰਕੇ ਜੰਜੂ ਪੁਆਏ ਤੇ ਧੋਤੀਆਂ ਪਹਿਨਾਈਆਂ। ਤੁਸਾਂ ਮਰਨੇ ਪਰਨੇ ਦੂਜਿਆਂ ਦੀਆਂ ਰੀਤਾਂ ਨਾਲ ਕੀਤੇ। ਤੁਸਾਂ ਸਿਆਪੇ ਅੱਡ ਕੇ ਆਪਣੇ ਸਰੀਰ ਰੋਗੀ ਤੇ ਮਨ ਨੀਵੇਂ ਕੀਤੇ। ਫੂੜੀਆਂ ਪਾ ਕੇ ਗੰਦੇ ਬਸਤਰ ਪਹਿਨ ਕੇ ਪਤੀਆਂ ਨੂੰ ਆਪਣੇ ਘਰਾਂ ਤੋਂ ਘਿਰਣਾ ਕਰਾਈ। ਤੁਸਾਂ ਵਹਿਣੀਆਂ ਤੇ ਬੈਠ ਕੇ ਦੇਸ਼ ਦੇਸ਼ਾਂਤਰਾਂ ਵਿੱਚ
पुत्रां ते पतियां नूं रुलाया अर नाल आप रुलियां। तुसां घर हूंज हूंज के पेट पालूआं दे घरी पाए। श्री गुरु ग्रंथ साहिब जी दे पाठ छड्ड के तुसां धागियां दियां कथां अलाप के अपनी अकल नूं मंद कीता। सिंगणियां वाले मोटे ते साफ बस्तर छड्ड के तुसां पतले कपड़े पहन के हासे करवाए। जिउंदे परमेश्वर नूं छड्ड के तुसीं सप्पां नूं पूड़े खिलाए ते सच्चे अदुੱਤੀ जन्म मरण तो रहत परमेश्वर नूं त्याग के नरक दे रस्ते पैर रख के पतियां ते पुत्रां नूं भी उसे रस्ते तोरिया। जरा एक वेर सुंदरी दी अपदा वल वेख के सोचो कि तुहाडे धर्म रखण हित सिंगणियां की जफर जाल चुकियां हन। अपने मन विचों मिलगोबे नूं कढ के निरोल सिंगणियां बनो। धन पिछे धीआं अनमतियां दे घरी ना पाओ। अनमतियां ते उन्हां दियां तीवियां तुहानूं सियापियां विच ठट्ठा करदियां हन, पर तुसीं अजिहियां धुन दियां पक्कियां हो कि दुरकारियां जाके भी उन्हां विच ही रलदियां हो अर अपने सिੱਖੀ धर्म तो पतित हुंदियां जांदियां हो। आओ कुछ तां अपना ते अपनी संतान दा भला करो। सुंदरी वर्गियां जत सत वालियां बनो और अपनी संतान नूं सच्चे सिंह बनाओ, नहीं तां तुसीं अपने पति लई अमरवेल हो जो जिस बूटे पर हुंदी है उस नूं सुका के आप भी मुक जांदी है। प्यारे पाठक जी, साडी लिखण सुंदरी दे कष्टां ते होर दुखां विच जा पई। आओ हुण विचारी दा पता कढीए। मीर मन्नू दी फौज जद नसी तद ओह हाकम भी दाव ला के खिसकिया कि किते किसे अड़िके विच ना आ जावां। उंज ओह अपनी सोची विਉਂਤ अनुसार सलामती दे ठिकाने वल ही जा रहा सी। सो जांदा जांदा सुंदरी दे टोए कोलों लंघिया। घोड़ा खड़ा देख के संसा फुरिया मता मेरा कोई सरदार इत्थे होवे। अड्डी ला के टोए पास पहुंचा तां की देखदा है कि मेरियां उम्मीदां दा नौ निहाल हनेरी नाल चंबिया पिया है। बेबस हो के घोड़े तो उतरिया अर डिठा कि अजे सवास आउंदे हन। जी नूं ढारस होई। दो असवारां समेत उतर के सुंदरी दा जखम जो मोडे तो छाती तीक सी धोता अर छाती दे दुआले गद्दियां रख के फट जोड़ के बन दिता। हुण डोली दा फिकर होया, पर डोली किथे? लाचार एक राजपूत ने संभाल के अपने घोड़े ते धर लिता। कुछ दूर एक पिंडों डोला मंगवाया और एक पंडित वैद नूं फड़ मंगाया कि इलाज करे। पंडित जी ने जख्म तां ना खुलवाए पर अंदर मुमियाई दिती और होर ताकत वालियां दवावां भी मूँह विच पाउणियां आरंभियां। पंडित जी वगारी फड़े गए ते सुंदरी दी सेवा विच रहना पिया। हाकम तां अपनी विਉਂਤ अनुसार अपने आहर वाले पासे गया, क्योंकि इसने लाहौर विच कुछ विਉਂਤੇ काम करने सन, पर सुंदरी नूं अपने नगर घल्लिया। उत्थे महिला विखे एक सुंदर कमरे विच सुंदरी उतारी गई। बड़े बड़े हकीम इलाज वास्ते इकट्ठे किए गए। हिंदू गोलियां हर वेले हाज़र, नौकर चाकर बेअंत। सुंदरी सी तां बेहोश, पर जद अखां खोलदी चार चुफेरे तकदी अते कुछ बोल ना सकदी। हकीमां ने फट खोल के डिठे अर वड्डे यतन नाल साफ करके रेशम दी तार नाल सिउं के उत्तों दवावां लाउणियां आरंभ दित्तियां। अंदर वास्ते बड़ियां ताकत दियां वस्तुआं दित्तियां जान लगियां। सुंदरी दी दशा सहजे सहजे फिरदी गई। कोई एक महीने मगरों इन्नी गल बोली कि मैं कित्थे हाँ, मेरा वीर कित्थे है, धर्म कौर कित्थे है। इस दा उत्तर यह दिता गया कि यह शहर सिखां दा जित्तिया है और तू राज महल विच है ते तेरे वीर आदिक लाहौर फेर मुहिम पर गए हुए हन। सुंदरी फेर चुप हो गई। हाकम साहिब भी कुछ दिनां बाद आ गए ते खबर लैण लई रोज आउंदे, पर जिस वेले ओह सुत्ती हुई हुंदी, क्योंकि जानदे सन कि जे इसनूं मेरे महलां विच होण दा पता लग गया तद चिंता नाल मर जाएगी। कई महीनियां मगरों सुंदरी वल होई अंगूर भी भर गए, ताकत भी हो गई, चेहरा भी खिड़ पिया, पर किसे वेले ताप हो जांदा। हुण हौली हौली सुंदरी नूं अपनी दशा दा पता लग गया और हाकम साहिब भी दूजे चौथे आउंदे अते अपनी राम कहानी सुणाउंदे। उस दिन सुंदरी नूं फेर ताप हो जांदा। 5-7 दिनां मगरों टहकदी ते जालम हाकम फेर दखाली दे जांदा। फेर सुंदरी दा हाल माड़ा हो जांदा। हकीम बथेरा रोकदे, पर हाकम उन्हां नूं दोष दिंदा कि तुसीं इलाज ठीक नहीं करदे।
उधर दा प्रसंग सुनो। खालसे ने लाहौरों नस अमृतसर आ साह लता। इत्थे पता लगा कि सुंदरी है नहीं। बहुत भाल कीती पर कुछ थौ ना लगा। कई जने भेस वटा रणभूमि विच गए कि सुंदरी दी लोथ ही लभे, पर कुछ पता न लगा। उधरों यह अपदा पई कि मीर मनु ने दुरानी पातशाह नाल सुलाह करके उसनूं काबल तोरिया और आप लगा हकूमत करन। महाराजा कौड़ा मल जी तां परलोक जा चुके सी। सिखां दा हमैती होर दरबार विच कोई सी ही नहीं। फिर लगी पुट्ठी कलम वगण। सिखां दी कतलाम आरंभी गई। सारे पंजाब विच गश्ती फौज छड्डी गई। थाओं थाई चौकियां ते कच्चे किले सिखां दे मारन वास्ते बनाए गए। पिंडां दे पैंचां दीयां जमानतां लईआं गईआं कि किसी सिख नूं अपने इलाके विच ना वसन देण। ना लड़न वाले अर्थात खेती करन वाले ते किरती वपारी सिख शहीद किते जाण लग पए। लाहौर घोड़ा मंडी दे विच सिखां दे सिर उतरने आरंभ होए। देश विच सिखां लई इक परलो आ गई। सो विचारे फेर बना ते झलां विच जा वड़े। मर्द जद झलां विच जा वड़े तां मुखबरां ने खालसियां दे टब्बर कबीले पकड़ा दिते। मीर मन्नू दे जुल्म डाढे कहरदे सन। सारे लिखिए तां एक पुस्तक लोड़ीए, पर इसदा सिंगणियां पर जुल्म बड़ा वहशियाना सी। बहुत सारियां सिंगणियां जो लाहौर पकड़ आंदियां सन, मीर मन्नू ने बहुत यतन कीते कि ओह सिंगणियां तुरकणियां हो जाण, पर एक ने भी ना मन्निया। पहले उन्हां नूं भुख दा दुख दिता, फिर सवा सवा मन दे दाणे रोज़ पिहाए ते भांत भांत दे कष्ट दिखाए। छेकड़ उन्हां दे प्यारे बच्चे खो के उन्हां दे सामने नेज़ियां ते परो के मारे। फिर झोलियां विच बच्चियां दीयां लोथां पुआ के चक्कियां पिहाइयां। पर गुरु गोबिंद सिंह जी दीयां प्यारियां सिंगणियां ने धर्म नहीं त्याग्या। इस तरह दे उपद्रव मीर मन्नू ने रब तो निडर होके कमाए। सो इस समय ਸਿੰਘਾਂ ਦਾ सुंदरी नूं ਲੱਭਣਾ खरा कठिन हो गया। फिर भी धर्म कौर दी प्रीति और सारे ਸਿੰਘਾਂ दी हुब ने जिन्हां ने कदी ना कदी सुंदरी तो सुख पाया सी, और पंथ दे कौमी प्रेम ने ਸਿੰਘਾਂ नूं चौ ना लैण दिता। बिजला सिंह, विनोद सिंह आदि सूए छड्डे गए, जिन्हां ने सारे थां गा मारे। छेकड़ इन्नी सुंदक निकल आई कि सुंदरी बीमारी दी दशा विच हाकम दी कैद विच पई है और इलाज हो रहा है। पर हुण इस गल दा बंदोबस्त नहीं लभदा सी कि किकर उसदी बंद खलासी कराई जावे। कांड 16वां। चलन चित सहेलियां ते गोहड़े दिते वंड। सुंदरी भावें जख्मां तो राजी हो गई, पर अपने असल रंग रूप ते ना आई, और ताप ने विचारी दा पिछा ना छड्डिया। उत्तों भरावां दा विछोड़ा, धर्म भंग होण दा डर, दुश्मनां दी कैद, शरीर दी रोगता आदिक चोभा ने अंदरले दुख नूं घटन ना दिता। दुख विछोड़ा, एक दुख भूख, एक दुख सख्त वार जमदूत, एक दुख रोग लगै तन धाए, वैद ना भोले दारू लाए। एक दिन हाकम नूं वैदां हकीमां ने दस्सिया कि सुंदरी पास कोई हसमुखी गोली होवे तां ਇਹਦਾ जी लगे ते ताप तो वल होवे। ਇਹ पहाड़ी राजपूत गोलियां बथुन हन। ਇਹ विचार के गोलियां पालन लगे। एक दो आईयां, पर सुंदरी दे पसंद ना आईयां। एक गोली पंजाबण लभी जो चतुर और सुंदर सी। इसदा नाम राधा सी। इसनूं सुंदरी ने पसंद किया क्योंकि इसनूं गुरबाणी बहुत कंठ सी। सुंदरी अपने हिरदे विचों नाम नूं तां कदी नहीं भुलदी सी, हर वेले सिमरन करदी सी। इस गोली ने जे पाठ करना तां सुंदरी दा मन वड्डा आनंद होना। पिछली रात तो लैके दिन चढ़े तीक पाठ हुंदा। सुंदरी दा दिल भी परचिया, पर पापी ताप ने पिछा ना छड्डिया। हकीम आखन लग पए कि यह दिक ताप हो गया है। कई आखन यह मौसमी ताप है जो अजकल सारे शहरों विच पसर रहा है, पर शौक है तां यह कि किसी दारू ने काट ना कीती। एक दिन हाकम गोली राधा नूं वखरियां सद के पुछन लगा कि तू मैनू असल भेद दस, जो सुंदरी दे जी विच की है जो मैं पूरा करा। यह तां मैं जानदा हाँ कि वह सिखणी है और सिख धर्म नूं नहीं त्यागदी, पर जे ओह इस गले बीमारी तो राजी हो जावे कि मैं सिख बन जावां, तद मैं अंदर खाने सिख बन जांदा हाँ। गोली ने उत्तर दिता, जी
मैं किसे वेले गल दा भेत लवांगी, पर अजे तां मैनूं इहो जापदा है कि अंदरों रोग नहीं गया। बेअदबी माफ, जेकर आप मन्नो तां इक बेनती करां। नवाब ने कहा, आख। डर ना। गोली बोली, तुसी इलाज वड्डे वड्डे हकीमां दा करदे हो, जिन्हां तों अजे तक खोहण नहीं खुसी। छोटियां दे तुसी पास नहीं जांदे ते उन्हां कोलों सगों चंगे टोटके होया करदे हन। मैं इस नालों वध महीनिਆਂ ਤੋਂ ਮਨ ਦੇ ਰਾਜ਼ੀ ਹੁੰਦੇ ਵੇਖੇ ਹਨ। ਬੌਰੀਆਂ ਵਾਲਾ ਕਰਕੇ ਸਦਾਉਂਦਾ ਇੱਕ ਹਕੀਮ ਹੈ, ਨੱਥੂ ਦੀ ਟਿੱਬੀ ਕੋਲ ਬਾਗ ਵਿੱਚ ਰਹਿੰਦਾ ਹੈ। ਸਾਰੇ ਸ਼ਹਿਰ ਦੇ ਲੋਕ ਤਾਪ ਦੇ ਵਾਸਤੇ ਉਸਦੇ ਕੋਲ ਜਾਂਦੇ ਅਰ ਇੱਕ ਪੁੜੀ ਨਾਲ ਤਾਪ ਉਤਾਰਦਾ ਹੈ। ਤੁਸੀਂ ਉਸ ਦਾ ਇਲਾਜ ਕਰੋ। ਹਾਕਮ ਨੇ ਕਿਹਾ, ਚੰਗੀ ਗੱਲ ਹੈ। ਫੇਰ ਕੁਝ ਘੋਰ ਮਸੋਰਾ ਕਰਕੇ ਵਿਦਾ ਹੋਏ। ਹਾਕਮ ਨੇ ਜਦ ਪਤਾ ਕੱਢਿਆ ਤਦ ਠੀਕ ਪਤਾ ਲੱਗਾ ਕਿ ਬੌਰੀਆਂ ਵਾਲਾ ਹਕੀਮ ਸ਼ਹਿਰ ਵਿੱਚ ਤਪਾਲੀ ਦਾ ਸ਼ਰਤੀਆ ਇਲਾਜ ਕਰ ਰਿਹਾ ਹੈ। ਦੂਜੇ ਦਿਨ ਉਹ ਹਕੀਮ ਸਾਹਿਬ ਹਾਜ਼ਰ ਹੋਏ। ਸੁੰਦਰੀ ਦੀ ਨਾੜ ਵੇਖ ਕੇ ਆਖਣ ਲੱਗੇ, ਨਵਾਬ ਸਾਹਿਬ, ਇਸ ਨੂੰ ਹਮੀ ਮੁਤਫਕਰਾ ਹੈ, ਅਰਥਾਤ ਇਸ ਨੂੰ ਚਿੰਤਾ ਦਾ ਤਾਪ ਹੈ। ਫੇਰ ਪੈਰ ਦੀ ਨਾੜ ਡਿੱਠੀ, ਫੇਰ ਥੁੱਕਾਂ ਨੂੰ ਪਰਖਿਆ, ਤਦ ਬੋਲੇ ਕਿ ਤਪ ਨਾੜਾਂ ਵਿੱਚ ਵੜ ਗਿਆ ਹੈ। ਰਾਜ਼ੀ ਤਾਂ ਮੈਂ ਕਰ ਲਊਂ, ਪਰ ਸ਼ਹਿਰ ਦੀ ਹਵਾ ਗੰਦੀ ਹੈ। ਇਸ ਨੂੰ ਕਿਤੇ ਖੁੱਲੇ ਮੈਦਾਨ ਵਿੱਚ ਪਾਣੀ ਦੇ ਕੰਢੇ ਲੈ ਚੱਲੋ, ਫੇਰ ਰਾਜ਼ੀ ਹੋ ਜਾਓ। ਹਾਕਮ ਸਾਹਿਬ ਬੋਲੇ, ਜਿੱਥੇ ਆਖੋ ਲੈ ਚੱਲੀਏ। ਹਕੀਮ ਸਾਹਿਬ ਬੋਲੇ, ਜੇਕਰ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਬਹੁਤ ਚੰਗਾ, ਨਹੀਂ ਤਾਂ ਕਿਸੇ ਝੀਲ ਛੰਭ ਦੇ ਕੰਢੇ ਹੀ ਸਹੀ। ਜੇਕਰ ਇਹ ਵੀ ਨਾ ਹੋਵੇ ਤਦ ਬਿਆਸਾ ਦੇ ਕੰਢੇ ਹੀ ਲੈ ਚੱਲੋ। ਫਿਰ ਹਕੀਮ ਜੀ ਨੇ 100 ਕੁ ਰੁਪਏ ਦੇ ਮੋਤੀ ਦੇ ਕੁਝ ਸੰਗਿਆ ਸੱਥ ਸਾੜਿਆ, ਕੁਝ ਸੰਦਲ ਰਗੜਵਾਇਆ, ਗੁੱਲੀਆਂ ਮਰਵਾਈਆਂ, ਕੁਝ ਦਵਾ ਕੋਲੋਂ ਪਾਈ, ਦਵਾ ਬਣਾ ਕੇ ਉਸ ਵਿੱਚੋਂ 3 ਪੁੜੀਆਂ ਦੇ ਗਏ। ਉਸ ਦਿਨ ਤਪ ਕੁਝ ਰੁਕ ਗਿਆ। ਹਕੀਮ ਜੀ ਦੀ ਇੱਜ਼ਤ ਬਣ ਗਈ। ਉਸ ਦਿਨ ਹੀ ਤੰਬੂ ਕਨਾਤਾਂ ਤੇ ਲਟਾਪਟਾ ਚੋਖੇ ਸਵਾਰ ਹਾਕਮ ਸਾਹਿਬ ਆਪ ਸੁੰਦਰੀ ਤੇ ਗੋਲੀਆਂ ਬੰਦੀਆਂ ਬਿਆਸਾਂ ਦੇ ਕਿਨਾਰੇ ਅੱਪੜੀਆਂ। 3 ਦਿਨਾਂ ਵਿੱਚ ਪਰਖਰੀ ਹਵਾ ਦੇ ਅਸਰ ਨਾਲ ਸੁੰਦਰੀ ਦੀ ਕਾਇਆ ਪਲਟ ਹੋਣ ਲੱਗ ਪਈ। ਹਕੀਮ ਸਾਹਿਬ ਬੋਲੇ ਕਿ ਅਗਰ ਕਿਸੇ ਛੰਭ ਤੇ ਚੱਲੋ ਤਦ ਬਹੁਤ ਲਾਭ ਪਹੁੰਚੇ। ਬਹੁਤ ਸੋਚ ਵਿਚਾਰ ਮਗਰੋਂ ਕਾਣੂਵਾਨ ਦਾ ਛੰਭ ਪਸੰਦ ਆਇਆ। ਤੀਜੇ ਦਿਨ ਉੱਥੇ ਡੇਰੇ ਜਾ ਲੱਗੇ। ਇੱਥੇ ਤਾਂ ਸੁੰਦਰੀ ਸੱਚਮੁੱਚ ਸੁੰਦਰੀ ਬਣਨ ਲੱਗ ਗਈ। ਇੱਕ ਦਿਨ ਹਾਕਮ ਸਾਹਿਬ ਸੁੰਦਰੀ ਨੂੰ ਆਨੰਦ ਵਿੱਚ ਬੈਠਿਆਂ ਦੇਖ ਕੇ ਪਾਸ ਆ ਬੈਠੇ ਅਰ ਮਸਾਲੇ ਲਾ ਲਾ ਕੇ ਲੱਗੇ ਗੱਲਾਂ ਕਰਨ। ਸੁੰਦਰੀ ਇੱਕ ਗੰਭੀਰ ਨਿਆਇਕਰਤਾ ਵਾਂਗੂ ਸੁਣਦੀ ਰਹੀ। ਛੇਕੜ ਬੋਲੀ ਕਿ ਨਵਾਬ ਸਾਹਿਬ, ਮੈਂ ਲੋਕਾਂ ਵਰਗੀ ਨਾ ਸ਼ੁਕਰੀ ਨਹੀਂ ਹਾਂ। ਚਾਹੇ ਮੈਨੂੰ ਕੈਦ ਵਿੱਚ ਪਾ ਕੇ ਇਲਾਜ ਕੀਤਾ ਹੈ, ਪਰ ਇਲਾਜ ਕਰਨ ਦਾ ਹਸਾਨ ਮੈਂ ਮੰਨਦੀ ਹਾਂ, ਪਰੰਤੂ ਜੋ ਇੰਦੀਆਂ ਆਪ ਦੇ ਮੇਰੇ ਨਾਲ ਵਿਆਹ ਦਾ ਹੈ ਸੋ ਬੜਾ ਅਯੋਗ ਹੈ, ਕਿਉਂਕਿ ਮੈਂ ਆਪ ਦੀਆਂ ਧੀਆਂ ਜਹੀ ਹਾਂ। ਆਪ ਹਾਕਮ ਹੋ, ਆਪ ਨੂੰ ਪਰਜਾ ਪਰ ਦਇਆ ਰੱਖਣੀ ਚਾਹੀਦੀ ਹੈ। ਪਰ ਨਵਾਬ ਸਾਹਿਬ ਨੇ ਬਹੁਤ ਮਿੰਨਤਾਂ ਕੀਤੀਆਂ, ਜਿਨ੍ਹਾਂ ਵਿੱਚ ਕੁਝ ਡਰਾਵਾ ਵੀ ਸੀ। ਇਸ ਦਾ ਉੱਤਰ ਸੁੰਦਰੀ ਨੇ ਇਹ ਦਿੱਤਾ ਕਿ ਆਪ ਨੇ ਜਿੱਥੇ ਐਡੀ ਕਿਰਪਾ ਕੀਤੀ ਹੈ, ਥੋੜੀ ਹੋਰ ਕਰੋ, 3 ਦਿਨ ਠਹਿਰੋ, ਫਿਰ ਮੈਂ ਆਪ ਨੂੰ ਪੱਕਾ ਉੱਤਰ ਦਿਆਂਗੀ। ਇਹ ਮੋਹਲਤ ਬਖਸ਼ੋ। ਹਾਕਮ ਜੀ ਸੁੰਦਰੀ ਦਾ ਜੀ ਰੰਜ ਨਹੀਂ ਕਰਨਾ ਚਾਹੁੰਦੇ ਸਨ, ਮੰਨ ਗਏ। ਦੂਜੇ ਦਿਨ ਦੁਪਹਿਰ ਵੇਲੇ ਹਾਕਮ ਸਾਹਿਬ ਬੈਠੇ ਸ਼ਤਰੰਜ ਖੇਡ ਰਹੇ ਸਨ ਕਿ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਹਜੂਰ ਉਸ ਰੁੱਖ ਤੋਂ ਗਰਦ ਉੜਦੀ ਹੈ, ਮਤਾ ਕੋਈ ਸੈਨਾ ਹੋਵੇ। ਹਾਕਮ ਸਾਹਿਬ ਬੋਲੇ, ਆਂਦੀ ਹੋਗੀ। ਕੁਛ ਚਿਰ ਮਗਰੋਂ ਫੇਰ ਖਬਰ ਆਈ ਕਿ ਹਜ਼ੂਰ ਹੁਣ ਤਾਂ ਸਵਾਰ ਸਾਫ਼ ਦੱਸਦੇ ਹਨ। ਝਟਪਟ ਹਾਕਮ ਸਾਹਿਬ ਨਿਕਲੇ। ਇੱਕ ਨੇ ਪਛਾਣਿਆ ਕਿ ਸਿੱਖ ਜਾਪਦੇ ਹਨ। ਤੁਰਤ ਫੁਰਤ ਸਵਾਰ ਆਦਮੀ ਤਿਆਰ ਹੋਣ ਲੱਗੇ। ਹਾਕਮ ਜੀ ਵੀ ਸਟੀ ਪਟੀ ਭੁੱਲ ਗਏ। ਉਹਨਾਂ ਦੇ ਤਿਆਰ ਹੁੰਦੇ ਹੁੰਦੇ ਹੀ 100 ਕੁ ਸਵਾਰ ਸਿੰਘ ਆ ਪਹੁੰਚੇ। ਪਹੁੰਚਦੇ ਸਾਰ ਹੀ 30 ਜਣਿਆਂ ਨੇ ਉਸ ਟਿੱਬੀ ਦੇ ਦੁਆਲੇ ਜਿਸ ਪਰ ਸੁੰਦਰੀ ਦਾ ਤੰਬੂ ਸੀ ਘੇਰਾ ਪਾ ਲਿਆ ਤੇ ਬਾਕੀ ਤੁਰਕਾਂ ਨਾਲ ਗੁੱਥਮ ਗੁੱਥਾ ਹੋ ਗਏ। ਸਿੱਖਾਂ ਦੇ ਆਗੂ ਬਲਵੰਤ ਸਿੰਘ ਨੇ ਲਲਕਾਰ ਕੇ ਕਿਹਾ ਕਿ 200 ਤੁਰਕ ਤੇ 100 ਸਿੰਘ ਹਾਂ, ਆਓ ਇੱਕ ਲੜਾਈ ਤਾਂ ਕਰ ਲਵੋ। ਤੁਰਕਾਂ ਦਾ ਧਿਆਨ ਇੱਧਰ ਜਾ ਪਿਆ। ਉੱਧਰ ਤੰਬੂ ਵਿੱਚੋਂ ਸੁੰਦਰੀ ਨਿਕਲੀ। ਭਰਾਵਾਂ ਨੂੰ ਦੇਖ ਕੋਲ ਫੁੱਲ ਵਾਂਗੂ ਖਿੜ ਗਈ। ਇਹ ਵੇਲਾ ਵੀ ਇੱਕ ਵੱਡੀ ਫੁਰਤੀ ਦਾ ਸੀ। ਸੁੰਦਰੀ ਲਈ ਘੋੜਾ ਨੇੜੇ ਹੀ ਬੱਧਾ ਸੀ। ਰਾਧਾ ਜੋ ਅਸਲ ਵਿੱਚ ਧਰਮ ਕੌਰ ਸੀ ਅਰ ਬਾਉਰੀਆਂ ਵਾਲਾ ਹਕੀਮ ਜੋ ਅਸਲ ਵਿੱਚ ਭਾਈ ਬਿਜਲਾ ਸਿੰਘ ਸੀ, ਦੋਹਾਂ ਜਣਿਆਂ ਨੇ ਘੋੜੇ ਤੇ ਕਾਠੀ ਪਾਈ। ਸੁੰਦਰੀ ਅਸਵਾਰ ਹੋ ਗਈ। ਇੱਕ ਘੋੜਾ ਕਿਸੇ ਤੁਰਕ ਦਾ ਖੋਲ ਲਿਆਏ
इस पर धर्म कौर चढ़ बैठी। हुण इन्हां ने तां कूच बोली ते बाकी दे सिख तुरकां नाल जुट रहे। उधर हाकम सिखां दे हथकंडिਆਂ ਤੋਂ पक्का वाकफ सी और बहुत वेरी इन्हां दे हथ वेख चुका सी। ਉਹ इस गल नूं ਪਹਿਲਾਂ ही ताड़ गया सी। 50 ਕੁ असवार साथी तैयार लैके एक नुकरे तक रहा सी। इधरों सुंदरी दा तंबू हिलिया, उधरों यह उधर नूं वधिया। इत्थे तलवार वड्डे जोर दी चली और 20 तुरक ते 2 कुू सिंह कम आए। हाकम झइयां लै लै के पवे पर ਸਿੰਘਾਂ ਦੀ ਲੋਹ मई करड़ाई अगे रह जावे। बलवंत सिंह ने ताड़िया कि विਉਂਤ उल्टी पई। छेती नाल खालसे नूं एक बोली दे के उस घमसान विचों कढ़दा है अते उत्तर रुख मूँह धरदा बिजली दी फुरती वांगू लगाम मोड़ झट सुंदरी दी रखिया नूं पहुंचिया। हुण हाकम नूं जिंद बचाउणी औखी हो गई, पर भागां नूं बाकी दे तुरक भी उसकी सहायता नूं अपड़ पए। हुण तां खिचड़ी वांगू सिख ते तुरक जुट पए। बलवंत सिंह ने सोचिया कि बाजी गई, हारांगे तां नहीं पर सुंदरी ना बची। यह ताड़ के जोर नाल खालसे नूं गुत्था कह के अजिहा पैंतड़ा बदलिया कि सिख लड़दे मारदे घुम्मण घेरी विच दे तीलियां वांगू इकट्ठे हुंदे हुंदे एक पिंडाकार दी तरह हो गए। हुण एक कतार अगे होके लड़दी ते पिछलियां पिछे कदम सुटदियां गईयां कि बलवंत सिंह दे मूहों हरन शब्द निकलिया। फेर तां ਸਿੰਘਾਂ ਦੇ घोड़े हवा वांगू नट्ठे। इस नट्ठ विच हाकम दे लागियों ही बिजला सिंह ते सुंदरी नसे। हाकम ने दिल खोल के तलवार वगाई। बिजला सिंह दा घोड़ा तां निकल गया, पर सुंदरी नूं तलवार पेट दे उत्तों दी छो के पट नूं लगी। सट दे खड़ाक ने घोड़े नूं बहुत नठाया और सुंदरी निकल के भरावां विच पहुंच गई। पीड़ नाल बेताब सी, पर डाढे हੱਥ नाल एक हੱਥ ढिड पर धरी ते लगामा सुट्टी वगी गई। लहू की धार उत्ते बलवंत सिंह की नज़र पई। एक पलाकी मार के अपने घोड़ियों भैन दे घोड़े दे पिछे जा डटिया और भैन नूं संभाल के घोड़े नूं अड्डी ला खालसे समेत बन विच जा धसिया। इधर बहादुर दा खाली घोड़ा भी नाल ही दौड़ी गया। पिछों हाकम साहिब भी हथ मलदे जख्मी सिपाहियां सने अपने शहर नूं मुड़े। बन विच अगे खालसे की उड़ीक हो रही सी। जद यह पहुंचे तद बड़े आनंद होए, पर सुंदरी दे घाव देख के जियां नूं खो पई। सरदार शाम सिंह ने एक चंगी साए वाली थाएं घाह दे बिस्तरे पर सुंदरी नूं लटाया। घावां उत्ते तेल पा के पट्टी बद्धी। पट दा जख्म तां काबू आ गया, पर पेट दा घाव भावें आंदरां नूं तां नहीं सी कट गया, परंतु लहू इन्ना जारी सी कि बंद ना होण विच आवे। सुंदरी होश विच तां सी, पर पीड़ करके निर्बल सी। उस वेले कुछ सिंह एक पिंड विच गए और उत्थों एक सियाणे नाई नूं बदो बदी फड़ लियाए। इस पुरख ने जख्म सीता ते बंदोबस्त सुख दा कीता। सुंदरी भावें अत दुखी सी, पर छुटकारे दी खुशी करके आनंद सी। रात सुंदरी नूं ताप चढ़ गया। दिने कुछ वल हो गई, पर निढाल बहुत। सियाणे हकीम पास ना होण करके सुंदरी दे घावा दी गौ ना हो सकी। उन्हां विच वेहो उत्पत हो गई। दिनों दिन ताकत घटदी वेख के सुंदरी जी विच लखन लगी कि हुण अंत नेड़े हो। इस दी नताकती वल्लों निकटवर्तियां दे कलेजे कंबण लगे। इस निराशता विच बिजला सिंह जी दी दनाई नाल ओह हकीम साहिब फड़ के आंदे गए कि जिन्हां नवाब दे महलां विच सुंदरी दे घाव सीते सन। इन्हां वगारी फड़ियां ने की दर्द करना सी, पर फिर भी जिंद दे डर पिछे अपनी वल्लों बथेरी वाल ला थके। सुंदरी दा चेहरा एडे दुख विच भी खुश सी, हर वेले खिड़ी होई जापदी। पीड़ हुंदी पर हाय ना करदी, तप चढ़दा पर बिस्बरी ना हुंदी। इस दे चेहरे विच गुरु साहिब दे चरनां दी प्रीत सी। उस प्रीत दे कारण ओह जानदी सी, सगों उस लई यह प्रगट निश्चा सी कि मैं गुरु दी हां, गुरु अंग संग हन और किसे वेले वख नहीं। जिउणा मौत दो दशा हन, कोई दो वस्ता नहीं। दोहां हालातां विच जद प्रीत है तद दुख किथे। शरीर नूं शरीर रहे ते नाम जपे तां हरमंदर समझदी सी, पर जद त्यागना पवे तां इस नूं खलड़ा जानदी सी और इस दे त्याग जां ग्रहण तो दुखी सुखी नहीं सी हुंदी, क्योंकि उसदा विश्वास यह सी, जोबन जांदे ना डरा जो सह प्रीत ना जाए। फरीदा कीती जोबन प्रीत बिन सुक गए कुमलाए।
ਸੁੰਦਰੀ ਦੀ ਨਤਾਕਤੀ ਪੈਰੋਂ ਪੈਰ ਵੱਧਦੀ ਗਈ ਔਰ ਉਸ ਦੇ ਹਿਤੈਸ਼ੀਆਂ ਨੂੰ ਨਿਰਾਸ਼ਤਾ ਜਿਹੀ ਹੋਣ ਲੱਗ ਪਈ। ਇੱਕ ਦਿਨ ਬਲਵੰਤ ਸਿੰਘ ਨੇ ਕਿਹਾ, ਭੈਣ ਜੀ ਕੋਈ ਵਾਸ਼ਨਾ ਹੋਵੇ ਤਾਂ ਦੱਸੋ। ਸੁੰਦਰੀ ਬੋਲੀ, ਤੈਥੋਂ ਵਾਰੀ ਮੇਰੇ ਵੀਰ, ਮੇਰੀ ਵਾਸ਼ਨਾ ਕੋਈ ਬਾਕੀ ਨਹੀਂ, ਕਿਉਂਕਿ ਨਾ ਇਹ ਮਨ ਰਸਾਂ ਵਿੱਚ ਪਿਆ ਨਾ ਤ੍ਰਿਸ਼ਨਾ ਆਈ। ਜਦ ਤ੍ਰਿਸ਼ਨਾ ਦੂਰ ਰਹੀ ਤਦ ਵਾਸ਼ਨਾ ਕਿੱਥੇ, ਅਰ ਵਾਸ਼ਨਾ ਰਹੇ ਵੀ ਕਿਸ ਦੀ। ਗ੍ਰਹਿਸਥ ਦੀ ਖੁੱਬਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ, ਧਨ ਤੋਂ ਜਿਉਂ ਉਪਰਾਮ ਹੈ। ਬਿਨਾਂ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ। ਮਨ ਉਸ ਦੇ ਚਰਨਾਂ ਦੀ ਧੂੜ ਵਿੱਚ ਅਜਿਹਾ ਮਸਤ ਹੈ ਕਿ ਉਸ ਰਸ ਨੂੰ ਛੱਡਦਾ ਨਹੀਂ। ਸੋ ਵੀਰ ਜੀ, ਜਦ ਆਪਣੀ ਮੁਰਾਦ ਆਪਣੀ ਬੁੱਕਲ ਵਿੱਚ ਹੋਵੇ ਤਦ ਮਨ ਕਿੱਧਰ ਜਾਵੇ ਤੇ ਵਾਸ਼ਨਾ ਕਾਹਦੀ ਫੁਰੇ। ਹਾਂ ਵੀਰ ਜੀ, ਇੱਕ ਸੰਕਲਪ ਕਿਸੇ ਵੇਲੇ ਫੁਰਦਾ ਹੈ, ਉਹ ਇਹ ਹੈ ਕਿ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਔਰ ਇੱਕ ਰਸ ਸਾਰਾ ਪਾਠ ਸੁਣਾ ਤੇ ਇਸ ਨਿਰਬਲ ਦੇਹੀ ਨਾਲ ਰੱਜ ਕੇ ਮੱਥਾ ਟੇਕਾਂ। ਪਰ ਇਹ ਗੱਲ ਔਖੀ ਦੱਸਦੀ ਹੈ, ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ। ਬਲਵੰਤ ਸਿੰਘ ਬੋਲੇ, ਭੈਣ ਜੀ ਆਪ ਫਿਕਰ ਨਾ ਕਰੋ, ਇਹ ਗੱਲ ਔਖੀ ਨਹੀਂ ਹੈ, ਇਸ ਦਾ ਬੰਨ ਨੂੰ ਝੱਬਦੇ ਹੀ ਵੱਜ ਜਾਏਗਾ। ਸੁੰਦਰੀ ਬੋਲੀ, ਅੱਖਾਂ ਵਿੱਚ ਅੱਥਰੂ ਆ ਗਏ। ਵੀਰ ਜੀ, ਮੈਂ ਵੱਡੀ ਔਗਣਹਾਰੀ ਹਾਂ, ਮੇਰੇ ਪਿੱਛੇ ਤੁਹਾਨੂੰ ਅਰ ਸਾਰੇ ਸਿੰਘਾਂ ਨੂੰ ਵੱਡੇ ਕਸ਼ਟ ਝੱਲਣੇ ਪਏ ਹਨ। ਮੇਰੀ ਮੁਰਾਦ ਇਹ ਸੀ ਕਿ ਮੈਂ ਭਰਾਵਾਂ ਨੂੰ ਸੁੱਖ ਦਿੰਦੀ, ਉਲਟਾ ਸਗੋਂ ਮੈਂ ਦੁੱਖਾਂ ਦਾ ਕਾਰਨ ਹੁੰਦੀ ਰਹੀ ਹਾਂ। ਮੈਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀ ਮੂੰਹ ਦਿਖਾਵਾਂਗੀ ਕਿ ਅੰਮ੍ਰਿਤ ਛਕ ਕੇ ਮੈਂ ਕਿੰਨੀ ਕੁ ਪੰਥ ਦੀ ਸੇਵਾ ਕੀਤੀ ਹੈ। ਕਲਗੀ ਵਾਲਾ ਸੁੰਦਰ ਚਿਹਰਾ ਜਦ ਪੁੱਛੇਗਾ, ਪੁੱਤਰੀ ਕੀ ਭਲਾ ਕਰਕੇ ਆਈ ਹੈ, ਉਸ ਵੇਲੇ ਮੇਰਾ ਸ਼ਰਮਿੰਦਾ ਮਨ ਕੀ ਉੱਤਰ ਦੇਵੇਗਾ। ਮਾਤਾ ਸਾਹਿਬ ਦੇਵਾ ਜੀ ਦੀ ਪਵਿੱਤਰ ਗੋਦ ਵਿੱਚ ਬੈਠਣੋਂ ਇਹ ਮਨ ਲਾਜ ਖਾਏਗਾ, ਜਦ ਮਾਤਾ ਜੀ ਪ੍ਰੇਮਮਈ ਝੜਕ ਨਾਲ ਕੁਚੱਜੀ ਧੀ ਕਰਕੇ ਸੱਦਣਗੇ। ਸੁੰਦਰੀ ਦੇ ਇਹ ਦਿਲ ਕੰਬਾ ਦੇਣ ਵਾਲੇ ਨਿਮਰਤਾ ਦੇ ਵਾਕ ਸੁਣ ਕੇ ਸਭ ਦੇ ਨੇਤਰ ਪ੍ਰੇਮਮਈ ਜਲ ਨਾਲ ਭਰ ਗਏ। ਸਰਦਾਰ ਸ਼ਾਮ ਸਿੰਘ ਨੇ ਪਿਆਰ ਦੇ ਕੇ ਕਿਹਾ, ਪੁੱਤਰੀ ਤੂੰ ਇਸਤਰੀ ਨਹੀਂ ਦੇਵੀ ਹੈ, ਤੇਰੇ ਵਰਗੀਆਂ ਧਰਮੀ ਇਸਤਰੀਆਂ ਦੇ ਸੱਤ ਪਿੱਛੇ ਹੀ ਪੰਥ ਹੈ। ਤੂੰ ਜਿਹਾ ਅੰਮ੍ਰਿਤ ਸਫਲ ਕੀਤਾ ਹੈ ਤਿਹਾ ਹਰੇਕ ਇਸਤਰੀ ਪੁਰਖ ਕਰੇ। ਤੂੰ ਆਪਣੇ ਪਿਤਾ ਪਾਸ ਬੜੀ ਸੁਰਖਰੂ ਹੋ ਕੇ ਚੱਲੀ ਹੈ। ਮਾਤਾ ਸਾਹਿਬ ਦੇਵਾ ਤੇਰੇ ਵਰਗੀ ਪੁੱਤਰੀ ਲਈ ਗਦਗਦ ਹਨ। ਧੰਨ ਹੈ ਤੂੰ, ਧੰਨ ਤੇਰਾ ਜਨਮ ਹੈ। ਪੰਥ ਵਿੱਚ ਤੇਰੀ ਸੇਵਾ ਦੀ ਕਦਰ ਹੈ ਅਰ ਸਾਰੇ ਤੇਰੇ ਲਈ ਖੁਸ਼ੀ ਦੇ ਅਰਦਾਸੇ ਕਰਦੇ ਹਨ। ਸੁੰਦਰੀ, ਪਿਤਾ ਜੀ, ਜੋ ਮੈਨੂੰ ਕਰਨਾ ਯੋਗ ਸੀ ਸੋ ਮੈਂ ਨਹੀਂ ਕੀਤਾ। ਇਹ ਕਹਿ ਕੇ ਫਿਰ ਰੋ ਪਈ ਅਰ ਬੇਹੋਸ਼ ਹੋ ਗਈ। ਪਾਣੀ ਦੇ ਛੱਟੇ ਮਾਰ ਕੇ ਸੁੰਦਰੀ ਨੂੰ ਹੋਸ਼ ਵਿੱਚ ਆਂਦਾ ਅਰ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਲੈਣ ਚਲੇ ਗਏ। ਸਵੇਰ ਸਾਰ ਹੀ ਗੁਰੂ ਬਾਬਾ ਜੀ ਆ ਗਏ। ਉਸ ਵੇਲੇ 10-12 ਸਿੰਘਾਂ ਨੇ ਕੇਸਾਂ ਸਣੇ ਇਸ਼ਨਾਨ ਕੀਤਾ, ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਆਰੰਭ ਦਿੱਤਾ। ਸੁੰਦਰੀ ਪਾਸ ਲੇਟੀ ਪਈ ਪਾਠ ਸੁਣਦੀ ਰਹਿੰਦੀ। ਕਿੰਨਾ ਕਿੰਨਾ ਚਿਰ ਆਸਰੇ ਸਿਰ ਬੈਠਦੀ, ਥੱਕ ਜਾਂਦੀ ਤਾਂ ਲੇਟ ਜਾਂਦੀ, ਤਦ ਵੀ ਮਨ ਨਾ ਥੱਕਦਾ, ਦਿਲ ਨਾ ਅੱਕਦਾ, ਸਗੋਂ ਇਹ ਦਸ਼ਾ ਹੋ ਰਹੀ ਸੀ ਜੋ ਮੀਂਹ ਵਰਸੇ ਪਰ ਧਰਤੀ ਦੀ ਹੁੰਦੀ ਹੈ। ਸੁੰਦਰੀ ਦਾ ਲੂ ਨਾਮ ਵਿੱਚ ਰੱਤਾ ਹੋਇਆ ਸੀ ਤੇ ਆਨੰਦ ਦੇ ਸਮੁੰਦਰ ਵਿੱਚ ਇਸ਼ਨਾਨ ਕਰ ਰਹੀ ਸੀ। 16 ਪਹਿਰਾਂ ਮਗਰੋਂ ਪਾਠ ਤਿਆਰ ਹੋਇਆ। ਸਭ ਖਾਲਸੇ ਦਾ ਦੀਵਾਨ ਆ ਲੱਗਾ। ਪਹਿਲੇ ਸਭ ਨੇ ਰਲ ਕੇ ਸ਼ਬਦ ਗਾਵੇ, ਫਿਰ ਭੋਗ ਪਾਇਆ, ਆਨੰਦ ਪੜਿਆ, ਆਰਤੀ ਉਚਾਰੀ, ਪ੍ਰਸ਼ਾਦ ਵਰਤਿਆ। ਸੁੰਦਰੀ ਨੇ ਵੱਡੇ ਪ੍ਰੇਮ ਨਾਲ ਕੁਣਕਾ ਛਕਿਆ ਅਰ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਇਉਂ ਕਹਿਣ ਲੱਗੀ, ਮੇਰਿਓ ਵੀਰੋ, ਮੇਰੀਓ ਭੈਣੋ, ਇੱਕ ਬੇਨਤੀ ਤੁਹਾਡੀ ਪ੍ਰਾਹੁਣੀ ਭੈਣ ਕਰਦੀ ਹੈ। ਵਿਛੋੜਾ ਭਾਵੇਂ ਦੁਖਦਾਈ ਹੁੰਦਾ ਹੈ, ਪਰ ਮੈਂ ਇਸ ਕਰਕੇ ਦੁਖੀ ਨਹੀਂ ਕਿਉਂਕਿ ਸਾਡਾ ਆਤਮਾ ਦਾ ਮੇਲ ਕਦੇ ਨਹੀਂ ਟੁੱਟਣ ਲੱਗਾ। ਅਸੀਂ ਸਾਰੇ ਬੇਕੁੰਠੀ ਜੀਵ ਹਾਂ ਅਰ ਬੇਕੁੰਠ ਵੀ ਸਾਧ ਸੰਗਤ ਦਾ ਹੈ। ਪਰ ਮੈਂ ਇਹ ਆਖੇ ਬਿਨਾਂ ਨਹੀਂ ਰਹਿ ਸਕਦੀ ਕਿ ਉਸ ਹਾਕਮ ਦੀ ਮੈਂ ਰਣੀ ਹਾਂ। ਮੇਰੀ ਮਾਂਦਗੀ ਪਰ ਉਸਨੇ ਰੁਪਇਆ ਖਰਚ ਕੀਤਾ ਹੈ। ਤੁਸਾਂ ਕੁਝ ਰੁਪਇਆ ਉਸਨੂੰ ਪਹੁੰਚਾ ਦੇਣਾ ਜੋ ਮੈਂ ਰਣੀ ਨਾ ਰਹਾ। ਸ਼ਾਮ ਸਿੰਘ ਨੇ ਕਿਹਾ, ਬਹੁਤ ਅੱਛਾ, ਕੁਝ ਫਿਕਰ ਨਾ ਕਰੋ, ਸਿਰ ਦੇ ਜ਼ੋਰ ਪਹੁੰਚਾਵਾਂਗੇ, ਤੁਸੀਂ ਸੰਕਲਪ ਨਾ ਰੱਖੋ। ਸੁੰਦਰੀ, ਪਿਆਰੇ ਵੀਰ, ਗੁਰੂ ਤੁਹਾਡਾ ਰਾਖਾ ਹੈ,
ਤੁਹਾਨੂੰ ਕਈ ਪੀੜਾਂ ਪੈਣਗੀਆਂ, ਸੰਗਰਾਮ ਆਉਣਗੇ, ਪਰ ਤੁਸੀਂ ਸਭ ਤੋਂ ਪਾਰ ਹੋ ਕੇ ਰਾਜ ਭੋਗੋਗੇ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਆਪਣੀਆਂ ਇਸਤਰੀਆਂ ਨੂੰ ਸਾਥੀ ਜਣਿਓ ਤੇ ਨੀਚ ਨਾ ਬਣਾਇਓ। ਜਦ ਉਹਨਾਂ ਨੂੰ ਨੀਚ ਜਾਣੋਗੇ, ਉਹਨਾਂ ਪਰ ਬੇਤਰਸ ਕਰੜਾਈ ਕਰੋਗੇ, ਅਰ ਜਦ ਪਰ ਨਾਰੀਆਂ ਨੂੰ ਮੰਦੀ ਦ੍ਰਿਸ਼ਟੀ ਨਾਲ ਦੇਖੋਗੇ, ਤਦ ਹੀ ਆਪਣੇ ਤੇਜ ਪ੍ਰਤਾਪ ਦਾ ਗਿਰਾਓ ਜਾਣਿਓ। ਸ਼ਾਸਤਰਾਂ ਵਿੱਚ ਇਸਤਰੀ ਸੁੰਦਰ ਲਿਖੀ ਹੈ, ਸਾਡੇ ਦਸਾਂ ਹੀ ਗੁਰਾਂ ਨੇ ਸਲਾਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਮਾ ਲਿਖੀ ਹੈ ਤੇ ਨਾਮ ਬਾਣੀ ਦਾ ਅਧਿਕਾਰ ਇਸਤਰੀ ਨੂੰ ਪੂਰਾ ਦਿੱਤਾ ਹੈ। ਤਿਵੇਂ 10ਵੇਂ ਗੁਰੂ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪੁਆਏ ਹਨ, ਅਰ ਹੁਣ ਠੀਕ ਤੁਸਾਂ ਅਸਾਂ ਤੇ ਦਇਆ ਕਰਦੇ ਹੋ, ਜਾਨਾਂ ਹੂਲ ਕੇ ਰਾਖੀਆਂ ਕਰਦੇ ਹੋ ਤੇ ਸਤਿਕਾਰ ਦਿੰਦੇ ਹੋ। ਤਦੇ ਹੀ ਅਸੀਂ ਐਡੇ ਅਪਦਾ ਕਾਲ ਵਿੱਚ ਅਰਵੈਰੀਆਂ ਦੇ ਸਮੁੰਦਰ ਵਿੱਚ ਘਿਰੇ ਹੋਏ ਵੀ ਸਹੀ ਸਲਾਮਤ ਗੱਜ ਰਹੇ ਹਾਂ। ਧਰਮ ਕੌਰ ਆਦਿ ਵੱਲ ਤੱਕ ਕੇ, ਹੇ ਭੈਣੋ, ਤੁਸੀਂ ਵੀ ਜਦ ਤੱਕ ਸ਼ੁੱਧ ਸਿੰਘਣੀਆਂ ਹੋ ਤਦ ਤੀਕ ਪੰਥ ਤਕੜਾ ਹੈ। ਜਦ ਪਤੀ ਸਿੰਘ ਤੇ ਤੁਸੀਂ ਕੁਝ ਹੋਰ ਹੋਈਆਂ, ਤੁਦੋਂ ਹੀ ਤੁਹਾਡੀ ਗਤੀ ਮਾੜੀ ਹੋ ਜਾਏਗੀ। ਤੀਵੀਂ ਔਲਾਦ ਦੀ ਪਿਆਰੀ ਹੈ, ਔਲਾਦ ਪਿੱਛੇ ਗੁਰੂ ਪੀਰ ਕਿਸੇ ਦੀ ਪ੍ਰਵਾਹ ਨਹੀਂ ਕਰਦੀ। ਬਸ ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਤੇ ਨੇਮ ਧਾਰੇ, ਤਦੋਂ ਹੀ ਸ਼ੂਦਰਾਂ ਵਾਂਗੂ ਹੋ ਜਾਓਗੀਆਂ। ਤੁਹਾਡੀ ਸੰਤਾਨ ਵੀ ਗਿੱਦੜ ਹੋ ਜਾਏਗੀ, ਦੁਰਕਾਰ ਤੁਹਾਡੇ ਹਿੱਸੇ ਆਵੇਗੀ, ਅਰ ਸਤਕਾਰ ਉੱਡ ਜਾਵੇਗਾ। ਮਾਇਆ ਦੇ ਚਮਤਕਾਰਾਂ ਵਿੱਚ ਨਾ ਫਸਣਾ ਇਹ ਥੋੜੇ ਦਿਨਾਂ ਦੇ ਹਨ। ਸਦਾ ਰਹਿਣ ਵਾਲੇ ਆਪਣੇ ਆਤਮਾ ਦੀ ਭਲਾਈ ਵੱਲ ਵਧੇਰੇ ਖਿਆਲ ਰੱਖਣਾ। ਮੇਰੇ ਵੀਰੋ, ਮੇਰੀ ਬੇਨਤੀ ਨਾ ਭੁੱਲਣਾ। ਤੀਵੀਂ ਦਾ ਸਤਕਾਰ ਤੇ ਪੰਥ ਵਿੱਚ ਪਵਿੱਤਰਤਾ ਤੇ ਪਵਿੱਤਰ ਦ੍ਰਿਸ਼ਟੀ ਅਜਿਹੀ ਰੱਖਣੀ ਕਿ ਜਿਹੀ ਤੁਸਾਂ ਮੇਰੇ ਨਾਲ ਵਰਤਨ ਵਰਤੀ ਹੈ। ਭਰਾਵੋ, ਜਦ ਤੁਸੀਂ ਰਾਜੇ ਸਰਦਾਰ ਹੋਵੋਗੇ, ਕਿਸੇ ਸਿੰਘ ਨੂੰ ਛੋਟਾ ਨਾ ਜਾਣਨਾ। ਸਾਡੇ ਵਿਖੇ ਧਨ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ। ਅੱਛਾ, ਥੋੜਾ ਜਲ ਲਿਆਓ, ਮੈਂ ਮੂੰਹ ਹੱਥ ਧੋਂਦੀ ਹਾਂ। ਇਸ ਵੇਲੇ ਸੁੰਦਰੀ ਦਾ ਚਿਹਰਾ ਚੰਦ ਵਾਂਗ ਚਮਕ ਰਿਹਾ ਸੀ। ਇੱਕ ਤਰ੍ਹਾਂ ਦਾ ਤੇਜ ਸੂਰਜ ਦੀਆਂ ਕਿਰਨਾਂ ਵਾਂਗ ਉਸ ਦੇ ਰੂਪ ਦੇ ਦੁਆਲੇ ਭਾਸਦਾ ਸੀ। ਸਭੇ ਹਰਿਆਣ ਸਨ ਕਿ ਇਸ ਕਮਜ਼ੋਰੀ ਵਿੱਚ ਬਲ ਕਿੱਥੋਂ ਆ ਗਿਆ। ਹਿਰਦੇ ਵਿਜੋਗ ਸਿਰੇ ਤੇ ਪਹੁੰਚਾ ਵੇਖ ਕੇ ਵਿੱਚੋਂ ਵਿੱਚ ਹਿੱਲਦੇ ਸਨ, ਪਰ ਭਾਣੇ ਵੱਲ ਰੁਖ ਕਰ ਰਹੇ ਸਨ। ਧਰਮ ਕੌਰ ਤਾਂ ਭੈਣ ਦੇ ਵਿਛੋੜੇ ਨੂੰ ਵੇਖ ਕੇ ਅੰਦਰੋਂ ਅੰਦਰ ਘੇਰੀਆਂ ਖਾ ਰਹੀ ਸੀ। ਦੀਵਾਨ ਵਿੱਚ ਵੀ ਇੱਕ ਵੈਰਾਗ ਦਾ ਪ੍ਰਭਾਵ ਛਾ ਰਿਹਾ ਸੀ। ਜਲ ਆਇਆ, ਸੁੰਦਰੀ ਨੇ ਮੂੰਹ ਹੱਥ ਧੋਤਾ। ਧਰਮ ਕੌਰ ਦੇ ਆਸਰੇ ਢੋ ਲਾ ਕੇ ਵੱਡੇ ਪ੍ਰੇਮ ਨਾਲ ਜਪਜੀ ਦਾ ਪਾਠ ਕੀਤਾ ਅਰ ਭੋਗ ਪਾ ਕੇ ਅਰਦਾਸਾ ਸੋਧਿਆ। ਆਪਣੇ ਪਾਪਾਂ ਦੀ ਭੁੱਲ ਬਖਸ਼ਾਈ ਤੇ ਹਿੰਮਤ ਨਾਲ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਿਆ। ਸੁੰਦਰੀ ਦਾ ਮੱਥਾ ਧਰਤੀ ਤੋਂ ਨਾ ਚੁੱਕਿਆ ਗਿਆ। ਕਿੰਨਾ ਚਿਰ ਲੰਘ ਗਿਆ। ਜਦ ਘਬਰਾ ਕੇ ਬਲਵੰਤ ਸਿੰਘ ਨੇ ਸਿਰ ਚੁੱਕਿਆ ਤਾਂ ਕੀ ਡਿੱਠਾ, ਸੁੰਦਰੀ ਤੁਰ ਗਈ। ਸੁੰਦਰੀ ਪਿਤਾ ਪਾਸ ਚਲੀ ਗਈ। ਹਾਂ, ਸਤਵੰਤੀ ਦਾ ਖਾਲੀ ਪਿੰਜਰਾ ਪਿਆ ਹੈ। ਉਸ ਵੇਲੇ ਸ਼ਬਦ ਗਾਉਂਦੇ ਭਜਨ ਕਰਦੇ ਖਾਲਸੇ ਨੇ ਮਾਤਾ ਸਾਹਿਬ ਦੇਵਾਂ ਦੀ ਪਿਆਰੀ ਸੁੰਦਰ ਕੌਰ ਦਾ ਸਰੀਰ ਅਗਨੀ ਦੇ ਹਵਾਲੇ ਕੀਤਾ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ 10ਵੇਂ ਦਿਨ ਭੋਗ ਪਾਇਆ। ਇਸ ਦੇ ਚਲਾਣੇ ਦਾ ਵਿਰਾਗ ਸਾਰੇ ਪੰਥ ਵਿਖੇ ਹੋਇਆ, ਪਰ ਧਰਮ ਕੌਰ ਆਪਣੀ ਪਿਆਰੀ ਰੱਖਿਅਕ ਦਾ ਵਿਛੋੜਾ ਨਾ ਸਹਾਰ ਸਕੀ। ਦਿਨੋਂ ਦਿਨ ਲੱਸੀ ਹੁੰਦੀ ਗਈ ਤੇ ਕੋਈ ਯਾਰੀ ਦਿਨੀ ਪੂਰੇ ਸਿਦਕ ਵਿੱਚ ਚਲਾਣਾ ਕਰ ਗਈ। ਬਲਵੰਤ ਸਿੰਘ ਭਾਵੇਂ ਵਿਰਾਗ ਵਿੱਚ ਨਿਰਭਿਤ ਹੋ ਕੇ ਇਕਾਂਤ ਭਜਨ ਕਰਨਾ ਚਾਹੁੰਦਾ ਸੀ, ਪਰ ਸਿੰਘਾਂ ਨੇ ਉਸ ਨੂੰ ਨਾ ਜਾਣ ਦਿੱਤਾ ਕਿ ਵਿਹਾਰ ਪਰਮਾਰਥ ਦੋਵੇਂ ਨਿਭਾਉਣੇ ਚਾਹੀਦੇ ਹਨ। ਅੰਦਰ ਦਾ ਤਿਆਗ ਕਰਨਾ ਹੈ, ਨਾਮ ਨਾਲ ਲਿਵ ਰੱਖਣੀ ਹੈ, ਕਿਰਿਆ ਵਿੱਚ ਵਸਦਿਆਂ ਤੇ ਕੰਮ ਕਰਦਿਆਂ ਨਿਰਲੇਪ ਰਹਿਣਾ ਹੈ। ਉਧਰੋਂ ਦੁਰਾਨੀ ਦੇ ਫੇਰ ਚੜ ਆਉਣ ਦੀਆਂ ਸੂਹਾਂ ਮਿਲ ਰਹੀਆਂ ਸਨ। ਇਸ ਕਰਕੇ ਬਲਵੰਤ ਸਿੰਘ ਕਰਮ ਕਰਤ ਹੋਵੇ ਨਿਹਕਰਮ ਦੇ ਹੁਕਮ ਮੂਜਬ ਪੰਥ ਸੇਵਾ ਪਰ ਤਤਪਰ ਹੀ ਰਿਹਾ। ਅੰਤਿਕਾ ਪਹਿਲੀ, ਜੋ ਪੁਸਤਕ ਆਪ ਦੇ ਇਸ ਵੇਲੇ ਹੱਥ ਵਿੱਚ ਹੈ, ਇਹ ਪਹਿਲ ਸੰਮਤ ਭਾਦਰੋਂ 1898 ਈਸਵੀ ਵਿੱਚ ਛਪੀ ਸੀ। ਲਿਖੀ ਤਾਂ ਇਸ ਤੋਂ ਪਹਿਲਾਂ ਗਈ ਹੋਵੇਗੀ। ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ, ਇਹ ਅਸੀਂ ਸੁੰਦਰੀ ਕਰਤਾ ਜੀ ਦੇ ਆਪਣੇ ਲਿਖੇ ਵਾਕਾਂ ਵਿੱਚ ਹੀ ਦੱਸਦੇ ਹਾਂ। ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿੱਚ ਲਿਖੇ ਹਨ, ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬਿਰਧ ਤੀਵੀਆਂ ਪੁਰਖਾਂ ਤੋਂ ਸੁਣ ਕੇ ਇਕੱਠੇ ਕਰਕੇ ਇੱਕ ਸ਼੍ਰੇਣੀ ਵਿੱਚ ਗੁੰਦ ਕੇ
और टुੱਟੇ सिलसिलिਆਂ ਨੂੰ मिला के लिखे हैं। इस पुस्तक के लिखण तो साडा तात्पर्य यह है कि पुराने समाचार पढ़ सुन के सिख लोग अपने धर्म विच पक्के होण, परमेश्वर की भगती ते जगत दे विहार दोहां नूं निभाउण, कुरीतियां दा त्याग होवे, धर्म दा वाधा होवे और सिखां नूं अपने उत्तम असूल प्यारे लगन। अपने विच जथेबंद हो के सिंह दूजियां कौमां नूं इक रस जाण के किसे नाल अत वैर ते किसे नाल अत मोह ना करन, सगों मानस की जात सबे एको पहचानबो वाली गुरु सिक्ख्या पर टुर के अटल रहन। सुंदरी छपी नूं अज 1933 ईस्वी विच 35 कुछ बरस हो गए हैं। उस समय का हाल जदों लिखी गई सी इस वेले साडियां अखां अगे नहीं हन ते उस तो भी 25 कुछ वरे पहलां सिखां दी हालत बहुत दर्दनाक सी, जिसनूं वेख के सिंह सभा मूवमेंट टुरी सी। इस समय पर एक सरसरी नज़र पाया सानू पता लगेगा कि यह पोथी किस समय लिखी गई ते इसका की फल होया। अचानक राज गुआचन दी सट खा के सिख आश्चर्य दशा विच जा पए। तेज घट गया सी ते अनमति प्रभाव पूरा छा गया सी। गुरपुरब मानो ना होया तुल सन, गुर मर्यादा मानो लोप सी, जथेबंदी अणहोंद वर्गी ढिली सी। महाराजा रणजीत सिंह दे मगरले समय दरबार विच अनमति जोर वध जाण करके सिੱਖੀ विच रले पै गए सन। राज जाण दे मगरों यह हाल सी कि साडे मंदिरां विच बुत प्रस्ती ते घरां विच अनमति प्रवेश कर गई सी। सिख मावां विच आदर्श मिल गोबा जिहा हो गया सी। सिख धीआं दूजे अवतारां दे गीत गाउंदियां ते आरतियां उतारदियां सन। ਗਿਆਨੀਆਂ ਨੂੰ पुराणक ते सूफियां दे रंग चढ़ गए सन। गुरद्वारिए आप सिखां विरुद्ध रस्मां शामिल कर बैठे सन। इस दशा नूं देख के कुछ पंथ दर्दियां ने श्री अमृतसर जी विच ते फिर लाहौर विच सिंह सभावां कायम कीतियां ते फिर होर थावां ते कायम होईयां। फिर खालसा दीवान अमृतसर ते मगरों लाहौर दीवान बनिया। सिंह सभावां दा मंतव कौम विच अनमति ख्यालत ते अनमति रीतां रस्मां कढ के निरोल गुरमत दे ख्यालात ते सिख रस्मां दा प्रचार करना ते पंथ नूं जथेबंद करना सी। परंतु मुੱਢ विच सिंह सभा तहरीक दा बाला जोर अनमति रीतां कढण, भाईचारक सुधार ते विद्यक कंमां वल ही रहा ते अभागता नाल सिंह सभा आरंभ होण ते कुछ समय मगरों दो धड़े बन गए, जिस करके जथेबंदी दे काम नूं भारी सੱਟ वजी। यह समा सी जदों पंथ विच कौमी जीवन, जथेबंदी, धर्म भाव, बाणी ते नेम अते सतगुरु दे चरनां दे प्यार दी रोह पैदा करन दी भारी लोड़ सी ते जरूरी सी कि पुरातन सिख इतिहास खालसे दे असली पंथक जीवन दे कारनामे कौम दे अगे रखे जान। इस वेले अर्थात 1893 ईस्वी के लगभग इस पुस्तक के करता जी के दिमाग विच जो अजे छोटी उम्र विच सै धर्म भाव का फैलना एक दारू दस रहा सी, जिस नाल पंथ विच कुर्बानी का मादा पैदा हो के मैत्री ते जथेबंदी की आस हो सकती सी। इस आस नाल 1893 तो 1894 ईस्वी विच खालसा ट्रैक्ट सोसाइटी की नींह धरी गई, जिस दे प्रबंधकर्ता बानी भाई कौर सिंह जी होए। 2-4 सज्जन होर नाल रले ते साहित्य लिखण दा काम इस लेखनी ने अपने पर लिया। प्रार्थना, प्रेम बाण आदिक धर्म सिक्ख्या दे ट्रैक्ट लिखे गए, छपे ते यह काम जाहरी भड़क तो बिना टुर पिया। अप्रैल 1895 विच भाई कौर सिंह जी परलोक गमन कर गए। उस वेले तक 5 ट्रैक्ट निकले। 6वां उन्हां दे चलाने दा शौक पत्तर निकलिया। उन्हां दे चलाने बाद सोसाइटी विच सरदार तरलोचन सिंह जी वर्गे होनहार नौजवान ते सज्जन पुरख ने आके नवी जान पा दिती। सोसाइटी दा पक्का फंड बन गया, रजिस्ट्री कराई गई ते बकायदा ट्रैक्ट निकलन लग पे। इस सोसाइटी दे काम ने बड़ा निग्गर असर पाउणा शुरू किया। पंथ विच धर्म भावना वधन लगी। खाना जंगी तो नफरत पैदा होण लग पई। धार्मिक दीवान सजन लग पे। निग्गर उसारी दे काम वल रुझू वधन लगा। पंथ विच इस धर्म भाव दी ते पंथक प्यार दी रोह वधाउण लई 1898 ईस्वी दे भादरों विच यह पोथी करता जी ने छपवाई। पंथ विच धार्मिक ते पंथक जीवन
ਤੇ ਪਿਆਰ ਨੂੰ ਹੋਰ ਦੁਮਰਦਾ ਲਾਉਣ ਲਈ ਅਗਲੇ ਸਾਲ ਦੇ ਕੱਤਕ ਵਿੱਚ ਆਪ ਜੀ ਨੇ ਅਖਬਾਰ ਖਾਲਸਾ ਸਮਾਚਾਰ ਜਾਰੀ ਕਰ ਦਿੱਤਾ। ਇਸ ਲਈ ਕਿ ਟਰੈਕਟ ਤੇ ਸੁੰਦਰੀ ਵਰਗੇ ਪੁਸਤਕਾਂ ਦਾ ਲਾਭ ਤਾਂ ਹੀ ਵੱਧਦਾ ਹੈ ਜੇ 8ਵੇਂ ਦਿਨ ਧਰਮ ਭਾਵ ਵਾਲਾ ਅਖਬਾਰ ਵੀ ਸਿੱਖਾਂ ਦੇ ਹੱਥਾਂ ਵਿੱਚ ਜਾਵੇ। ਇਸ ਤੋਂ ਥੋੜੇ ਚਿਰ ਬਾਅਦ ਪ੍ਰਸਿੱਧ ਲੇਖਕ ਤੇ ਪੰਥ ਸੇਵਕ ਭਾਈ ਦਿੱਤ ਸਿੰਘ ਜੀ ਗਿਆਨੀ ਪਰਲੋਕ ਚੱਲ ਬਸੇ ਤੇ ਕੌਮ ਵਿੱਚ ਜੀਵਨ ਭਰਨ ਦਾ ਵਿਸ਼ੇਸ਼ ਕੰਮ ਸੁੱਤੇ ਹੀ ਖਾਲਸਾ ਸਮਾਚਾਰ ਦੇ ਸਿਰ ਪਿਆ। ਮਾਲੂਮ ਹੁੰਦਾ ਹੈ ਕਿ ਸੁੰਦਰੀ ਲਿਖਣ ਦਾ ਪ੍ਰਯੋਜਨ ਕੋਈ ਸਾਹਿਤਕ ਨੁਕਤੇ ਤੋਂ ਦਿਲਚਸਪੀ ਲਈ ਇੱਕ ਨਾਵਲ ਲਿਖਣ ਦਾ ਨਹੀਂ ਸੀ ਜੋ ਪਾਠਕਾਂ ਨੂੰ ਘੜੀ ਦੋ ਘੜੀ ਦੇ ਬਹਿਲਾਵੇ ਦਾ ਕੰਮ ਦੇਵੇ, ਤੇ ਨਾ ਛਾਣ ਪੁਣ ਕੇ ਨਿਰਾ ਇਤਿਹਾਸ ਲਿਖਣ ਦਾ ਸੀ। ਇਤਿਹਾਸਕ ਨੁਕਤੇ ਤੋਂ ਇਤਿਹਾਸ ਦਾ ਖਾਕਾ ਆਊਟਲਾਈਨ ਜਿਹਾ ਖਿੱਚ ਕੇ ਜੋ ਉਸ ਵੇਲੇ ਦੀਆਂ ਆਸਾਨੀ ਨਾਲ ਦਸਤਿਆਬ ਚੀਜ਼ਾਂ ਤੋਂ ਲਿਆ ਜਾਵੇ ਤੇ ਸੀਨੇ ਬਸੀਨੇ ਆਈਆਂ ਰਵਾਇਤਾਂ ਤੇ ਉੱਪਰਲੇ ਗੀਤ ਵਾਲੀ ਕਥਾ ਨਾਲ ਮਿਲਾ ਕੇ ਇੱਕ ਸ਼ੈ ਬਣੇ, ਜਿਸ ਨਾਲ ਜਿਸ ਸਮੇਂ ਸਿੱਖਾਂ ਨੇ ਕੀ ਦਿਲ ਹਿਲਾ ਦੇਣ ਵਾਲੀਆਂ ਕੁਰਬਾਨੀਆਂ ਕੀਤੀਆਂ ਹਨ ਉਹ ਸਮੇਂ ਅੱਖਾਂ ਅੱਗੇ ਆ ਜਾਣ। ਉਦੋਂ ਦੇ ਹਾਕਮਾਂ ਦੇ ਜ਼ੁਲਮ, ਪਰਜਾ ਦੀ ਦੁਖੀ ਦਸ਼ਾ, ਸਿੱਖਾਂ ਦੇ ਕਾਰਨਾਮੇ ਤੇ ਸਿੱਖਾਂ ਦੀਆਂ ਆਪਾਵਾਰ ਕੁਰਬਾਨੀਆਂ ਦਿਸ ਪੈਣ ਤੇ ਉਦੋਂ ਦੇ ਸਿੱਖ ਕੈਰੈਕਟਰ ਤੇ ਖਾਲਸੇ ਦੇ ਪੰਥਕ ਜੀਵਨ ਦਾ ਫੋਟੋ ਸਾਹਮਣੇ ਖਿੱਚਿਆ ਜਾਵੇ ਤੇ ਇਸ ਦੇ ਅਸਰ ਨਾਲ ਸਿੱਖ ਮਰਦ ਇਸਤਰੀਆਂ ਵਿੱਚ ਕੌਮ ਦੇ ਜੀਵਨ ਦੀ ਮੱਧਮ ਪੈ ਗਈ ਰੋਹ ਮੁੜ ਰੁਮ ਕੋਠੇ। ਜਥੇਬੰਦੀ ਜਿਸ ਦੀ ਨੀਂਹ ਸਿੰਘ ਸਭਾ ਦੇ ਮੇਲ ਵਿੱਚ ਰੱਖੀ ਗਈ ਸੀ ਸਿਰੇ ਚੜੇ। ਗੁਰਪੁਰਬ ਜੋ ਕੌਮ ਦੀ ਇੱਕ ਜਾਨ ਹਨ, ਕੌਮ ਵਿੱਚ ਮੁੜ ਆ ਜਾਣ। ਗੁਰਮਰਿਆਦਾ ਸਿੱਖਾਂ ਦਾ ਅਮਲ ਹੋ ਜਾਵੇ ਤੇ ਪੰਥਕ ਦਿਲ ਧਾਪ ਸੁਰਜੀਤ ਹੋ ਕੇ ਅਰੋਗ ਵੱਜਣ ਲੱਗ ਪਵੇ। ਸੋ ਸੁੰਦਰੀ ਉਸ ਸਮੇਂ ਲਿਖੀ ਗਈ ਜਦੋਂ ਕਿ ਪੰਥ ਆਪਣੀ ਅਵੇਸਲੀ ਨੀਂਦ ਤੋਂ ਜਗਾਇਆ ਜਾ ਰਿਹਾ ਸੀ ਤੇ ਇਸ ਜਾਗ ਰਹੇ ਸ਼ੇਰ ਵਿੱਚ ਇਸ ਦੇ ਪੁਰਾਤਨ ਬਾਹੂਬਲ, ਪਰਾਕਰਮ, ਧਰਮ, ਪਵਿੱਤਰਤਾ ਤੇ ਉੱਚੇ ਆਦਰਸ਼ ਨੂੰ ਸੁਰਜੀਤ ਕਰਨ ਦੀ ਲੋੜ ਸੀ ਤਾਂ ਕਿ ਖਾਲਸਾ ਜੋ ਇੱਕ ਆਦਰਸ਼ ਇਨਸਾਨ ਸਤਿਗੁਰ ਨੇ ਬਣਾਇਆ ਸੀ ਆਪਣੀ ਅਟਲਤਾ ਵਿੱਚ ਕਾਇਮ ਰਹੇ ਤੇ ਇਸ ਦੀ ਸੇਵਾ ਨਾਲ ਜਗਤ ਸੁਖੀ ਹੋਵੇ। ਸੁੰਦਰੀ ਵਿੱਚ ਆਏ ਹਾਲਾਤ ਦੱਸ ਚੁੱਕੇ ਹਾਂ ਕਿ ਕਿਵੇਂ ਸੰਕਲਿਤ ਹੋਏ ਹਨ। ਸੁੰਦਰੀ ਅਜੇ ਛਪੀ ਨਹੀਂ ਸੀ ਕਿ ਭਾਈ ਸਾਹਿਬ ਤਖਤ ਸਿੰਘ ਜੀ ਨੇ ਕਰਤਾ ਜੀ ਤੋਂ ਖਰੜਾ ਲਿਜਾ ਕੇ ਸਰਦਾਰ ਚੰਦਾ ਸਿੰਘ ਜੀ ਵਕੀਲ ਫਿਰੋਜ਼ਪੁਰ ਨੂੰ ਸੁਣਾਈ। ਉਹਨਾਂ ਦੇ ਘਰ ਕੋਈ ਟਹਿਲਣ ਸੁਣ ਰਹੀ ਸੀ। ਤਰਕ ਕੇ ਬੋਲੀ, ਸਰਦਾਰ ਜੀ, ਜੋ ਕਥਾ ਤੁਸੀਂ ਪੜ੍ਹ ਰਹੇ ਹੋ ਇਸ ਦਾ ਤਾਂ ਇੱਕ ਪੁਰਾਣਾ ਗੀਤ ਮੇਰੇ ਯਾਦ ਹੈ। ਉਹ ਗੀਤ ਸਰਦਾਰ ਜੀ ਦੇ ਕਹਿਣ ਤੇ ਉਸਨੇ ਸੁਣਾਇਆ। ਹੋਰ ਹਾਲਾਤ ਜੋ ਲਿਖਤੀ ਇਤਿਹਾਸਾਂ ਵਿੱਚੋਂ ਹਨ ਉਹਨਾਂ ਦੇ ਥੋਂ ਪਤੇ ਜਿੰਨੇ ਕੁ ਹੋ ਸਕੇ ਕਰਤਾ ਜੀ ਨੇ ਇਸ ਵੇਰੀ ਲਾ ਦਿੱਤੇ ਹਨ। ਐਸੇ ਹਾਲਾਤ ਕਿ ਜਿਨ੍ਹਾਂ ਨੂੰ ਪੜ੍ਹ ਕੇ ਲੋਕੀ ਅਸ਼ਚਰਜ ਹੋ ਜਾਂਦੇ ਹਨ ਕਿ ਹੈ ਦਿਨ ਦਿਹਾੜੇ ਹਾਕਮ ਜਨਾਨੀਆਂ ਖਸ ਲੈਂਦੇ ਸਨ ਤੇ ਖਾਲਸਾ ਕਿਵੇਂ ਬਹੁੜ ਸਕਦਾ ਸੀ, ਸ਼ੱਕ ਦੀ ਨਜ਼ਰ ਨਾਲ ਦੇਖੇ ਜਾ ਸਕਦੇ ਹਨ। ਪਰ ਐਸੀਆਂ ਘਟਨਾਵਾਂ ਬਹੁਤ ਹੋ ਵਰਤੀਆਂ ਹਨ, ਸੀਨੇ ਬਸੀਨੇ ਰਹਿ ਕੇ ਰੁੜ ਗਈਆਂ ਜਾਂ ਗੀਤਾ ਦੇ ਬੁੱਢੇ ਹੋ ਜਾਣ ਨਾਲ ਵਿਸਰ ਗਈਆਂ। ਪਰ ਲਿਖਤੀ ਇਤਿਹਾਸ ਵਿੱਚ ਵੀ ਘੱਟ ਤੋਂ ਘੱਟ 5-7 ਇਸ ਤਰ੍ਹਾਂ ਦੇ ਵਾਕੇ ਆਏ ਹੋਏ ਹਨ। ਯਥਾ ਪਹਿਲਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇੱਕ ਬ੍ਰਾਹਮਣ ਦੀ ਪੁਕਾਰ ਤੇ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਮਾਤਹਿਤ 100 ਜਵਾਨ ਦੇ ਕੇ ਹੁਸ਼ਿਆਰਪੁਰ ਦੇ ਲਾਗੇ ਬਸੀ ਦੇ ਹਾਕਮ ਤੋਂ ਲੜਕੀ ਛੁਡਾਉਣ ਲਈ ਘੱਲਿਆ, ਜੋ ਜਾ ਕੇ ਬ੍ਰਾਹਮਣੀ ਛੁਡਾ ਲੈ ਕੇ ਆਏ ਤੇ ਗੁਰੂ ਜੀ ਨੇ ਬ੍ਰਾਹਮਣ ਨੂੰ ਬ੍ਰਾਹਮਣੀ ਦੇ ਕੇ ਠੰਡ ਵਰਤਾਈ। ਦੂਜਾ, ਖੁਡਾਲੇ ਸਰਸੇ ਦੇ ਹਾਕਮ ਦੀ ਕੈਦ ਵਿੱਚੋਂ ਇੱਕ ਲੜਕੀ ਦੇ ਬਾਪ ਨੂੰ 10ਵੇਂ ਗੁਰੂ ਜੀ ਨੇ ਆਪ ਛੁਡਾਇਆ, ਜਿਸ ਨੂੰ ਹਾਕਮ ਨੇ ਲੜਕੀ ਨਾ ਦੇਣ ਪਿੱਛੇ ਕੈਦ ਪਾ ਛੱਡਿਆ ਸੀ ਤੇ ਲੜਕੀ ਸੰਗਤ ਨੇ ਲੁਕਾ ਰੱਖੀ ਸੀ। ਤੀਜਾ, ਲੁਹਾਰੀ ਜਲਾਲਾਬਾਦ ਜੋ ਦਿੱਲੀ ਲਾਗੇ ਹੈ ਵਿੱਚ ਪੰਥ ਨੇ ਬਾਬਾ ਬਘੇਲ ਸਿੰਘ ਦੇ ਸਮੇਂ ਪੰਜਾਬ ਤੋਂ ਤੰਗ ਆ ਕੇ ਇੱਕ ਬ੍ਰਾਹਮਣ ਦੀ ਲੜਕੀ ਜੋ ਹਾਕਮ ਮੱਲੋ ਮੱਲੀ ਖੋਹ ਕੇ ਲੈ ਗਿਆ ਸੀ ਭਾਰੀ ਜੰਗ ਕਰਕੇ ਛੁਡਾਈ। ਜਦੋਂ ਲੜਕੀ ਦੇ ਸਹੁਰਿਆਂ ਨੂੰ ਕਿਹਾ ਗਿਆ ਕਿ ਕਾਕੀ ਨੂੰ ਲੈ ਜਾਓ ਤਾਂ ਉਹਨਾਂ ਨੇ ਨਾ ਕੀਤੀ ਕਿ ਇਹ ਧਰਮਹੀਨ ਹੋ ਗਈ ਹੈ, ਅਸੀਂ ਨਹੀਂ ਇਸ ਨਾਲ ਵਰਤ ਸਕਦੇ। ਤਦ ਖਾਲਸੇ ਨੇ ਕਿਹਾ ਕਿ ਇਹ ਹੁਣ ਪੰਥ ਦੀ ਲੜਕੀ ਹੈ, ਜੋ ਇਸ ਨਾਲ ਵਰਤਣੋਂ ਨਾ ਕਰੇਗਾ ਉਸ ਨੂੰ ਦੰਬ ਦਿੱਤਾ ਜਾਏਗਾ। ਤਦੋਂ ਕਾਕੀ ਨੇ ਪ੍ਰਸ਼ਾਦ ਪਕਾਇਆ ਤੇ ਸਾਰੇ ਸਾਕਾਂ ਤੇ ਬਰਾਦਰੀ ਨੇ ਖਾਧਾ। ਉਸ ਵੇਲੇ ਖਾਲਸੇ ਦੇ ਜਥੇ ਵਿੱਚੋਂ ਹਰ ਸਿੰਘ ਨੇ ਯਥਾ ਸਖਤ ਮਾਇਆ ਬੀਬੀ ਨੂੰ ਦਾਜ ਵਜੋਂ ਦਾਨ ਦਿੱਤੀ ਤੇ ਸੱਚਮੁੱਚ ਹੀ ਬਣਾ ਕੇ
ਸਹੁਰੇ ਟੋਰਿਆ। ਚੌਥਾ, ਕਸੂਰ ਐਡਾ ਬਲੀ ਟਿਕਾਣਾ ਸੀ ਕਿ ਨਾਦਰ ਨੇ ਦਿੱਲੀ ਲੁੱਟੀ, ਦਿੱਲੀ ਤੱਕ ਦੇਸ਼ ਵੈਰਾਨ ਕੀਤਾ, ਪਰ ਕਸੂਰ ਤੇ ਹੱਲਾ ਕਰਨ ਦਾ ਹੌਸਲਾ ਨਹੀਂ ਪਿਆ। ਅਬਦਾਲੀ ਮਥੁਰਾ ਤੱਕ ਤਲਵਾਰ ਮਾਰਦਾ ਤੇ ਲੁੱਟਦਾ ਗਿਆ, ਪਰ ਕਸੂਰ ਵੰਨੇ ਉਸਨੇ ਵੀ ਨਹੀਂ ਸੀ ਤੱਕਿਆ। ਉਹ ਕਸੂਰ ਦੇ ਇੱਕ ਹਾਕਮ ਨੇ ਹਿੰਦੂ ਲੜਕੀ ਜਬਰੀ ਖੋਹ ਲਈ ਤੇ ਉਹ ਹਿੰਦੂ ਅਕਾਲ ਬੁੰਗੇ ਪੰਥ ਅੱਗੇ ਪਿਟਿਆ ਕਿ ਮੇਰੀ ਮਦਦ ਕਰੋ, ਨਹੀਂ ਤਾਂ ਮੈਂ ਮਰਦਾ ਹਾਂ। ਸਰਦਾਰ ਹਰੀ ਸਿੰਘ ਭੰਗੀ ਮਿਸਲ ਦਾ ਵੱਡਾ ਅਣਖ ਖਾ ਕੇ 5000 ਜਵਾਨ ਨਾਲ ਮਰਨਾ ਮਾਰਨਾ ਬਿੱਦ ਕੇ ਅਰਦਾਸਾ ਸੋਧ ਕੇ ਟੁਰ ਪਿਆ। ਪੰਥ ਹੈਰਾਨ ਸੀ ਕਿ ਕਸੂਰ ਕਿਵੇਂ 5000 ਨਾਲ ਫਤਿਹ ਹੋ ਜਾਸੀ, ਪਰ ਪੰਥ ਪਿਆਰੇ ਇਹ ਕਦ ਝੱਲ ਸਕਦੇ ਸਨ ਕਿ ਇੱਕ ਭਰਾ ਜਾ ਕੇ ਸ਼ਹੀਦ ਹੋ ਜਾਵੇ ਤੇ ਬਾਕੀ ਦੇ ਤੱਕਦੇ ਰਹਿਣ। ਸਾਰੇ ਖਾਲਸੇ ਦੇ ਦਲ ਖਬਰ ਸੁਣ ਕੇ ਭਰਾ ਦੇ ਮਗਰ ਟੁਰ ਪਏ। ਕਸੂਰ ਅੱਪੜਦੇ ਤਾਈਂ 40000 ਖਾਲਸਾ ਹੋ ਗਿਆ। ਦੇਖੋ, ਇਤਿਹਾਸ ਲਿਖਦਾ ਹੈ ਕਿ ਇੱਕ ਬ੍ਰਾਹਮਣ ਲੜਕੀ ਨੂੰ ਛੁਡਾਉਣ ਵਾਸਤੇ 40000 ਸਿੰਘ ਪੰਜਾਬ ਦੇ ਮਜ਼ਬੂਤ ਤੋਂ ਮਜ਼ਬੂਤ ਸ਼ਹਿਰ ਤੇ ਜਾ ਪਿਆ। ਜਾਨ ਤੋੜ ਲੜਾਈ ਕਰਕੇ ਲੜਕੀ ਛੁਡਾਈ ਤੇ ਬ੍ਰਾਹਮਣ ਦੇ ਹਵਾਲੇ ਕੀਤੀ। ਪੰਜਵਾਂ, ਗੋਕਲ ਚੰਦ ਨਾਰੰਗ ਜੀ ਆਪਣੇ ਸਿੱਖੋं के परिवर्तन विच लिखते हैं, उस जस्सा सिंह रामगढ़िए ने हिसार को लूटा और वहां से वह 2 लड़कियों को बचा लाया जिनको कि वहां का हाकिम जबरदस्ती भगा ले गया था। अहमद शाह अब्दाली जद हिंद नूं लुट के मुड़िया, हिंदू इस्त्रियां ते मर्द गुलाम करके लै गया। एक तो वधीक वारियां ऐसियां हन कि खालसा मगर मगर गया कि दाऊ पा के हिंदू इस्त्रियां छुड़ा लियाउंदा रहा। पंथ दे जथेदार सरदार जस्सा सिंह आलूवालीए जो कपूरथला रियासत दे मुढ़ करता होए हन, उन्हां दी एक इस तरह दी मर्दानगी गोकल चंद नारंग जी ने अपने सिखों के परिवर्तन विच लिखी है ते दस्सिया है कि सरदार जी ने अहमद शाह पासों हिंदू इस्त्रियां छुड़ा के आंदियां ते पासों खर्च दे के आपो अपने घरी पहुंचाइयां। इसे तरह हाकम प्रजा दी की दुर्दशा कर रहे सन, जिस दी तस्वीर सुंदरी विच है। जे लिखती इतिहासां विच लभीए तां इउं दे हाल लभदे हन। पहला, कपूरी दा कुतुबुद्दीन खां अपने शहर ते इलाके दी किसे सुंदर इस्त्री दा सत भंग कीते बिना नहीं सी रहिंदा, जिस पर बंदे ने बनूड़ जितण वेले हल्ला बोलिया सी। यह दुष्ट अपना इलाका छड्ड के लिखते हैं कि अमृतसर आके इस्त्री चुक के लै गया सी। भाई करम सिंह जी कई वरे इतिहास खोज के उस समय दे हाकमां बाबत लिखते हैं। दूजा, उन्हां दिनी शाही दा प्रबंध ऐसा ढिला सी कि निक्के मोटे पिंडां नूं जोरावरां दियां वारां सदा ही लुट लिया करदियां सन। तीजा, उन्हीं दिनी बाहर दे पिंडां विच सदा नंग भुख वरती रहिंदी सी, क्योंकि आए दिन धाड़ां कानूगो ते आमला दियां सख्तियां गरीब जिमीदारां पास कुछ नहीं सन रहण दिंदियां। चौथा, तुरकां दे जुलम जो हाकम भी नहीं सन यों दसदे हन। आस पास दे पिंडां दे लोकी काजियां सैयदां ते शेखां दे जुलमां तो अक्के होए सन। पंजवां, ਵੱਡਾ ਆਦਮੀ ਭਾਵੇਂ ਬੰਦੇ ਨਾਲ ਕੋਈ ਨਾ ਰਲਿਆ, ਪਰ ਜ਼ਾਲਮ ਹਾਕਮਾਂ ਤੋਂ ਦੁਖੀ ਹੋਈ ਪ੍ਰਜਾ ਸਭ ਇਸ ਦੇ ਨਾਲ ਸੀ। ਉਸ ਸਮੇਂ ਦੇ ਹਾਕਮ ਦੈਂਤਾਂ ਦਾ ਅਵਤਾਰ ਸਨ। ਸਭ ਤੋਂ ਵੱਡੇ ਲੁਟੇਰੇ, ਪਰਲੇ ਦਰਜੇ ਦੇ ਬੇਰਹਿਮ, ਲੋਕਾਂ ਦੇ ਘਰ ਲੁੱਟ ਕੇ ਆਪਣੀਆਂ ਮਾੜੀਆਂ ਭਰਦੇ, ਜ਼ਿਮੀਦਾਰਾਂ ਨੂੰ ਨਿਚੋੜ ਕੇ ਵੇਸ਼ਵਾਵਾਂ ਦੇ ਘਰ ਪੂਰਦੇ। ਇੱਕ ਇੱਕ ਘਰ 100 ਦੇ ਕਰੀਬ ਬੇਗਮ ਤੇ ਇਸ ਥੋਂ 5 ਗੁਣਾ ਲੋਡੀਆਂ। ਉਹਨਾਂ ਦੇ ਦਿਲਾਂ ਵਿੱਚ ਜ਼ੁਲਮ ਦਾ ਨਿਵਾਸ ਹੁੰਦਾ। ਆਪਣੇ ਸਪੁਰਦ ਕੀਤੀ ਗਈ ਪ੍ਰਜਾ ਦੇ ਦਿਲ ਦਿਖਾਉਂਦੇ ਉਹਨਾਂ ਦੀਆਂ ਨੂੰਹਾਂ ਧੀਆਂ ਫੜ ਕੇ ਬਦੋ-ਬਦੀ ਮੁਸਲਮਾਨ ਕਰਦੇ। ਦੂਜੀ ਗੱਲ ਇਹ ਹੈ ਕਿ ਸਿੰਘ ਐਸੇ ਤਾਕਤਵਰ ਤੇ ਕੁਰਬਾਨੀਆਂ ਕਰਨ ਵਾਲੇ ਸਨ ਕਿ ਨਹੀਂ ਕਿ ਮਰਦੇ ਸਨ ਹੋ ਮਿਟਦੇ ਸਨ। ਖਿਆਲ ਪੰਜਾਬ ਭਰ ਵਿੱਚ ਹੋ ਜਾਂਦਾ ਸੀ ਕਿ ਸਿੱਖ ਮੁੱਕ ਗਏ ਹਨ, ਪਰ ਫੇਰ ਉਗਮ ਪੈਂਦੇ ਸਨ। ਕਤਲਾਵਾਂ ਸਿੱਖਾਂ ਦੀਆਂ ਬੰਦੇ ਦੇ ਸਮੇਂ ਤੇ ਮਗਰੋਂ ਖਾਨ ਬਹਾਦਰ ਦੇ ਹੱਥੀਂ, ਸ਼ਾਹ ਨਵਾਜ਼ ਤੇ ਯਾਹੀਆ ਖਾਂ ਦੇ ਸਮੇਂ ਤੇ ਮੀਰ ਮੰਨੂ ਵੇਲੇ ਐਸੀਆਂ ਦਰਦਨਾਕ ਹੋਈਆਂ ਹਨ ਕਿ ਪੜ੍ਹ ਕੇ ਕਲੇਜੇ ਪਕੜੇ ਜਾਂਦੇ ਹਨ। ਹਾਂ, ਕਤਲਾਵਾਂ ਲੜਨ ਵਾਲੇ ਸਿੱਖਾਂ ਦੀਆਂ ਹੀ ਨਹੀਂ ਸਗੋਂ ਸ਼ਹਿਰ
ਗਿਰਾਵਾਸੀ ਨਾਲ ਲੜਨਹਾਰੇ ਟੱਬਰਦਾਰਾਂ ਦੀਆਂ ਵੀ। ਲਖਪਤ ਨੇ ਪਹਿਲੇ ਦਿਨ ਤੇ ਮੱਸਿਆ ਵਾਲੇ ਦਿਨ ਜਦ ਕਤਲਾਮ ਸ਼ੁਰੂ ਕੀਤੀ ਤਾਂ ਪਹਿਲੇ ਆਪਣੇ ਘਰ ਦੇ ਬੇਗੁਨਾਹ ਸਿੱਖ ਨੌਕਰ ਹੀ ਕਤਲ ਕੀਤੇ ਅਤੇ ਸ਼ਹਿਰ ਦੇ ਵਡੇਕਿਆਂ ਅਤੇ ਆਪਣੇ ਵਰਗੇ ਸਰਕਾਰੀ ਅਹੁਦੇਦਾਰਾਂ ਜੈਸੇ ਦੀਵਾਨ ਸੂਰਤ ਸਿੰਘ ਤੇ ਦੀਵਾਨ ਕੌੜਾ ਮੱਲ ਦੇ ਮਨਾ ਕਰਦਿਆਂ ਕਤਲ ਕਰ ਦਿੱਤੇ ਸਨ। ਲਿਖਿਆ ਹੈ ਕਿ ਲਾਹੌਰ ਵਿੱਚ ਸੈਂਕੜੇ ਸਿੱਖ ਰੋਜ਼ ਕਤਲ ਕੀਤੇ ਜਾਂਦੇ, ਖੂਹ ਭਰੇ ਜਾਂਦੇ ਤੇ ਬੁਰਜ ਉਸਾਰੇ ਜਾਂਦੇ। ਇਹ ਗੱਲਾਂ ਹਿੰਦੂ ਇਤਿਹਾਸਕਾਰ ਤੇ ਮੁਸਲਮਾਨ ਆਪ ਲਿਖਦੇ ਹਨ। ਪਹਾੜਾਂ ਵਿੱਚ ਲੁਕੇ ਸਿੱਖਾਂ ਨੂੰ ਰਾਜੇ ਫੜ ਕੇ ਮੰਨੂ ਪਾਸ ਘੱਲਦੇ ਤੇ ਉਹ ਨਖਾਸ ਵਿੱਚ ਕਤਲਾਮਾ ਕਰਵਾਉਂਦਾ। ਇੱਥੇ ਹੀ ਬਸ ਨਹੀਂ, ਝਰਾ ਵਿੱਚ ਜਾ ਲੁਕੇ ਸਿੱਖਾਂ ਦੇ ਟੱਬਰ ਕਬੀਲੇ ਪਕੜ ਕੇ ਲਾਹੌਰ ਤਸੀਹੇ ਦੇ ਕੇ ਬੁਰੇ ਹਾਲ ਕੀਤੇ, ਪਰ ਕਿਸੇ ਸਿੰਘਣੀ ਨੇ ਧਰਮ ਨਹੀਂ ਹਾਰਿਆ। ਤੀਜੀ ਗੱਲ, ਸਿੱਖ ਜਦ ਪਕੜੇ ਜਾਂਦੇ ਉਹਨਾਂ ਨੂੰ ਲਾਲਚ ਮਿਲਦੇ, ਮੁਸਲਮਾਨ ਹੋਣ ਪਰ ਮਾਫੀਆਂ ਤੇ ਹੋਰ ਸੁੱਖ ਦੇ ਸਾਮਾਨ ਪੇਸ਼ ਕੀਤੇ ਜਾਂਦੇ, ਪਰ ਉਹ ਖੁਸ਼ੀ ਨਾਲ ਮੌਤ ਕਬੂਲ ਦੇ, ਧਰਮ ਨਾ ਹਾਰਦੇ। ਸਿੱਖੀ ਕੇਸਾ ਸਵਾਸਾਂ ਨਾਲ ਨਿਭਾਉਂਦੇ। ਬੰਦੇ ਦੇ ਨਾਲ ਫੜੇ ਗਏ ਇੱਕ ਨੌਜਵਾਨ ਸਿੱਖ ਦੀ ਮਾਂ ਫਰਖਸ਼ੀਰ ਪਾਤਸ਼ਾਹ ਤੋਂ ਪੁੱਤ ਵਾਸਤੇ ਮਾਫੀ ਲੈ ਆਈ ਕਿ ਮੇਰਾ ਪੁੱਤ ਸਿੱਖ ਨਹੀਂ, ਪਾਤਸ਼ਾਹ ਨੇ ਮਾਫ ਕਰ ਦਿੱਤਾ ਹੈ। ਪਰ ਉਸ ਬੱਚੇ ਨੇ ਮਾਂ ਦੀ ਗੱਲ ਨਾ ਮੰਨੀ, ਸਿੱਖੀ ਤੇ ਕਾਇਮ ਰਿਹਾ ਤੇ ਹੱਸ ਕੇ ਦਿੱਲੀ ਕਤਲ ਹੋਇਆ। ਇਹ ਗੱਲ ਖਫੀ ਖਾਂ ਮੁਸਲਮਾਨ ਮੁਅਰਖ ਆਪਣੀ ਅੱਖੀ ਡਿੱਠੀ ਗੱਲ ਲਿਖਦਾ ਹੈ। ਬੰਦੇ ਦੇ ਕਤਲ ਵੇਲੇ 800 ਦੇ ਕਰੀਬ ਕਤਲ ਹੋਣ ਵਾਲਿਆਂ ਵਿੱਚੋਂ ਕਿਸੇ ਨੇ ਧਰਮ ਨਹੀਂ ਹਾਰਿਆ, ਸਗੋਂ ਅੱਗੇ ਵੱਧ ਕੇ ਸ਼ਹੀਦ ਹੋਏ। ਚੌਥੀ ਗੱਲ ਹੈ ਸਿੱਖਾਂ ਦਾ ਆਚਰਣ, ਬਾਹੂਬਲ, ਸੁਜਾਤ ਤੇ ਸੂਰਬੀਰਤਾ ਤੇ ਅਸੂਲਾਂ ਦੀ ਸੋਝੀ ਤੇ ਪਾਲਣਾ। ਇਹ ਗੱਲਾਂ ਹੈਸਨ ਕਿ ਨਹੀਂ, ਇਸ ਲਈ ਲਿਖਤੀ ਸਬੂਤ ਅਸੀਂ ਮੁਸਲਮਾਨ ਮੁਅਰਖਾਂ ਦੀ ਕਲਮ ਦੇ ਹੀ ਨਮੂਨੇ ਮਾਤਰ ਦਿੰਦੇ ਹਾਂ। ਗੁਲਾਮ ਅਲੀ ਖਾਂ ਆਪਣੇ ਇਤਿਹਾਸ ਅਮਾਦ ਸਾਦਤ ਵਿੱਚ ਲਿਖਦਾ ਹੈ, ਦੁਰਾਨੀ ਦੀ ਫੌਜ ਤੋਂ ਬਿਨਾਂ ਕਿਸੇ ਦੀ ਫੌਜ ਸਿੱਖਾਂ ਦਾ ਟਾਕਰਾ ਨਹੀਂ ਕਰ ਸਕਦੀ। ਇਸ ਫਿਰਕੇ ਵਿੱਚ ਅਜਿਹੇ ਰਿਸ਼ਟ ਪੁਸ਼ਟ ਸ਼ੇਰ ਵਰਗੇ ਜਵਾਨ ਹਨ, ਜੇ ਉਹ ਵਲਾਇਤੀ ਭਾਵ ਕਾਬਲੀ ਘੋੜੇ ਨੂੰ ਲੱਤ ਮਾਰਨ ਤਾਂ ਨਿਸ਼ਚਾ ਹੈ ਕਿ ਘੋੜਾ ਉਸੇ ਵੇਲੇ ਮਰ ਜਾਏ। ਇਹਨਾਂ ਦੀ ਬੰਦੂਕ 900 ਕਦਮਾਂ ਤੱਕ ਆਦਮੀ ਤੇ ਮਾਰ ਕਰਦੀ ਹੈ ਤੇ ਹਰ ਇੱਕ ਸਿੱਖ ਘੋੜ ਸਵਾਰ ਹੋ ਕੇ 100 ਕੋਹਾਂ ਤੱਕ ਦਾ ਪੈਂਡਾ ਕਰ ਸਕਦਾ ਹੈ। ਪ੍ਰਗਟ ਹੈ ਕਿ ਜੇ ਅਜਿਹਾ ਨਾ ਹੁੰਦਾ ਤਾਂ ਇਹ ਦੁਰਾਨੀ ਸਿਪਾਹ ਦਾ ਟਾਕਰਾ ਕਿਵੇਂ ਕਰਦੇ। ਅੰਤ ਨੂੰ ਦੁਰਾਨੀ ਸਿਪਾਹ ਨੇ ਵੀ ਸਿੱਖਾਂ ਦੀ ਤਲਵਾਰ ਨੂੰ ਮੰਨ ਲਿਆ। ਸਿੱਖਾਂ ਦੀ ਸੂਰਬੀਰਤਾ ਦੇ ਨਮੂਨੇ ਖਾਲਸੇ ਸਮਾਚਾਰ ਵਿੱਚ ਵੀਰ ਦਰਸ਼ਨ ਹੇਠ ਛਪਦੇ ਹਨ, ਜਿਨ੍ਹਾਂ ਤੋਂ ਖਾਲਸਾਈ ਬਹਾਦਰੀ ਦਾ ਪਤਾ ਲੱਗਦਾ ਹੈ। ਸਿੱਖਾਂ ਦਾ ਆਚਰਣ ਅਤ ਉੱਚਾ ਸੀ, ਝੂਠ ਇਹਨਾਂ ਵਿੱਚ ਹੈ ਨਹੀਂ ਸੀ, ਵਿਭਚਾਰ ਦਾ ਨਾਮ ਤੱਕ ਹੀ ਨਹੀਂ ਸੀ। ਇਹਨਾਂ ਇਖਲਾਕੀ ਖੂਬੀਆਂ ਦੀ ਉਗਾਹੀ ਲਈ ਦੇਖੋ ਕਾਜ਼ੀ ਨੂਰ ਮੁਹੰਮਦ ਬਲੋਚ ਲੇਖਕ ਆਪਣੀ ਅੱਖੀ ਡਿੱਠੇ ਹਾਲਾਤ ਆਪਣੇ ਜੰਗਨਾਮੇ ਵਿੱਚ ਇਉਂ ਦਿੰਦਾ ਹੈ, ਜਨਾ ਹਮ ਨਾ ਬਾਸ਼ਦ ਮਿਆਨੇ ਸਗਾ ਨਾ ਦੁਜਦੀ ਬਵਦ ਕਾਰੇ ਆ ਬਦਰਕਾ ਕਿ ਜਾਨੀ ਉਹ ਸ਼ਾਰਕ ਨਾ ਦਾਰੰਦ ਦੋਸਤ। ਅਰਥਾਤ ਸਗਾ ਲੇਖਕ ਨੇ ਇਹ ਸ਼ਬਦ ਸਿੱਖਾਂ ਲਈ ਗੁੱਸੇ ਵਿੱਚ ਵਰਤਿਆ ਹੈ। ਵਿੱਚ ਵਿਭਚਾਰ ਨਹੀਂ ਹੁੰਦਾ ਤੇ ਨਾ ਚੋਰੀ ਇਹਨਾਂ ਚੰਦਰਿਆਂ ਦਾ ਕੰਮ ਹੈ। ਵਿਭਚਾਰੀ ਤੇ ਚੋਰ ਨੂੰ ਇਹ ਮਿੱਤਰ ਹੀ ਨਹੀਂ ਬਣਾਉਂਦੇ। ਸਿੱਖਾਂ ਵਿੱਚ ਉਸ ਸਮੇਂ ਦੇ ਜੱਟ ਸੱਤ ਦੇ ਨਜ਼ਾਰੇ ਦਾ ਸ਼੍ਰੀ ਰਾਮ ਕਿਸ਼ਨ ਸਿੰਘ ਹਿਸਟੋਰੀਅਨ ਨੇ ਇੱਕ ਵਾਕਿਆ ਦਿੱਤਾ ਹੈ ਕਿ ਇਕੇਰਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜੁਆਈ ਤੇ ਵਿਭਚਾਰੀ ਹੋਣ ਦਾ ਦੋਸ਼ ਲਾਇਆ ਗਿਆ ਤਾਂ ਸਿੱਧ ਹੋਣ ਉੱਪਰ ਪੰਥ ਨੇ ਉਸ ਨੂੰ ਮਾਰੇ ਜਾਣ ਦਾ ਹੁਕਮ ਦਿੱਤਾ ਤੇ ਇਹੋ ਸਜ਼ਾ ਉਸ ਨੂੰ ਦਿੱਤੀ ਗਈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਦੋਂ ਖਾਲਸੇ ਵਿੱਚ ਵਿਭਚਾਰ ਬਿਲਕੁਲ ਨਹੀਂ ਸੀ ਹੁੰਦਾ ਤੇ ਇਸ ਨੂੰ ਇੰਨਾ ਭਾਰਾ ਦੋਸ਼ ਗਿਣਿਆ ਜਾਂਦਾ ਸੀ ਕਿ ਇਸ ਦੀ ਸਜ਼ਾ ਦੇਣ ਵਾਲੇ ਪੰਥ ਦੇ ਬਜ਼ੁਰਗ ਜਥੇਦਾਰ ਆਪਣੇ ਜੁਆਈ ਦੀ ਵੀ ਰਹੀ ਨਹੀਂ ਸਨ ਕਰਦੇ। ਜੇ ਖਿਆਲ ਕਰੋ ਕਿ ਸਿੱਖ ਇੱਕ ਵਿਕੋਲਿਤਰੀ ਧਾੜ ਹੁੰਦੀ ਸੀ ਤਾਂ ਵੀ ਗਲਤ ਹੈ। ਸਿੱਖ ਇੱਕ ਆਪਣੇ ਤਰੀਕੇ ਦੀ ਆਪਣੇ ਆਪ ਵਿੱਚ ਜਥੇਬੰਦ ਕੌਮ ਸੀ, ਫੌਜੀ ਜਥੇਬੰਦੀ ਵੀ ਸੀ ਤੇ ਕੌਮੀ ਪ੍ਰਬੰਧ ਵੀ। ਜੰਗਾਂ ਤੋਂ ਪਤਾ ਲੱਗਦਾ ਹੈ ਕਿ ਸਿੱਖ ਲੜਦੇ ਪਿੱਛੇ ਹਟਦੇ ਸਨ ਤਾਂ ਅਬਦਾਲੀ ਵਰਗੇ ਜ਼ੋਰਾਵਰ ਨੂੰ ਉਹਨਾਂ ਦਾ ਕਾਲੀ ਨਾਲ ਪਿੱਛਾ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ, ਕਿਉਂਕਿ ਸਿੱਖ ਨੱਸੇ ਹੋਏ ਤਰਤੀਬ ਦੇ ਤਰੀਕੇ ਵਿੱਚ ਪਿੱਛੇ ਹਟਦੇ ਸਨ। ਜਦ ਦੁਸ਼ਮਣ ਪਿੱਛਾ ਕਰੇ ਤਾਂ ਅੱਗੋਂ ਡਟ ਕੇ ਐਸਾ ਜੰਗ ਕਰਦੇ ਕਿ ਕਈ ਵੇਰ ਫਤਿਹ ਪਾਉਂਦੇ।
ਕੁੱਪਰ ਹੀੜੇ ਦੇ ਜੰਗ ਵਿੱਚ ਜੋ ਅਬਦਾਲੀ ਦਾ ਕੇਵਲ ਸਿੱਖਾਂ ਨਾਲ ਜਹਾਜ਼ ਸੀ, ਅਬਦਾਲੀ ਅੱਗੇ ਵਧਿਆ ਤੇ ਸਿੱਖ ਪਿੱਛੇ ਹਟੇ। 12 ਕੋ ਪਿੱਛੇ ਹਟਦੇ ਗਏ, ਪਰ ਕਿਸੇ ਤਰਤੀਬ ਤੇ ਖੂਬੀ ਨਾਲ ਅਰ ਆਪੇ ਵਿੱਚ ਕਿਸੇ ਐਸੇ ਜਥੇਬੰਦ ਤਰੀਕੇ ਨਾਲ ਕਿ ਅਬਦਾਲੀ ਕੋਲੋਂ ਉਹਨਾਂ ਦੀਆਂ ਸਫਾਂ ਤੇ ਪਰੇ ਟੁੱਟ ਨਹੀਂ ਸੀ ਸਕੇ। ਸਿੱਖ ਪਿੱਛੇ ਹਟਦੇ ਸਨ, ਲੜਦੇ ਸਨ, ਮਾਰਦੇ ਸਨ, ਮਰਦੇ ਸਨ, ਕਤਲ ਹੁੰਦੇ ਸਨ, ਪਰ ਵਾਰ ਕਰਦੇ ਸਨ ਤੇ ਆਪੋ ਵਿੱਚ ਹਲਚਲ ਪੈਣ ਦੀ ਹਾਲਤ ਵਿੱਚ ਮੂਲੋਂ ਨਹੀਂ ਸਨ ਜਾਂਦੇ। ਇਸ ਅਬਦਾਲੀ ਨੇ ਸਾਲ ਕੁ ਪਹਿਲਾਂ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਉਖੇੜ ਕੇ ਹਲਚਲੀ ਮਚਾ ਕੇ ਭੰਨ ਦਿੱਤਾ ਸੀ, ਪਰ ਸਿੱਖਾਂ ਦੇ ਪੈਂਤੜੇ ਨੂੰ ਨਹੀਂ ਸੀ ਉਖੇੜ ਸਕਿਆ। ਇਹ ਮਾਮੂਲੀ ਜੰਗ ਨਹੀਂ ਸੀ। ਇਸ ਵਿੱਚ 20 ਜਾਂ 24,000 ਸਿੰਘ ਸ਼ਹੀਦ ਹੋਏ ਤੇ ਇਸ ਤੋਂ ਵੱਧ ਪਠਾਨ ਲੜਦੇ ਹੋਏ ਮਰੇ ਸਨ। ਐਸੇ ਭਿਆਨਕ ਜੰਗ ਵਿੱਚ ਪਿੱਛੇ ਹਟਣਾ ਪਰ ਸੰਗਠਿਤ ਰਹਿਣਾ ਉਹਨਾਂ ਦੀ ਫੌਜੀ ਜਥੇਬੰਦੀ ਦੀ ਅਦੁੱਤੀ ਮਿਸਾਲ ਹੈ। ਫਿਰ ਜਿਸ ਦਿਨ ਇਤਨਾ ਘੱਲੂਘਾਰਾ ਵਰਤਿਆ, ਇੱਕ ਸਿੰਘ ਸ਼ਾਮਾਂ ਵੇਲੇ ਮੁਰਦਿਆਂ ਨਾਲ ਮੀਲਾਂ ਵਿੱਚ ਭਰੇ ਮੈਦਾਨ ਵਿੱਚ ਖੜਾ ਕਹਿ ਰਿਹਾ ਸੀ, ਖਾਲਸੇ ਵਿੱਚ ਜੋ ਖੋਟ ਸੀ ਉਹ ਜਾਂਦੀ ਰਹੀ ਹੈ, ਹੁਣ ਤੱਤ ਖਾਲਸਾ ਰਹਿ ਗਿਆ ਹੈ। ਇਹ ਹੈ ਸੀ ਚੜ੍ਹਦੀਆਂ ਕਲਾ ਦਾ ਅੰਦਾਜ਼ਾ ਸਿੱਖਾਂ ਦਾ ਇਤਨੇ ਕਰੜੇ ਨੁਕਸਾਨ ਝੱਲਣ ਵੇਲੇ। ਹੁਣ ਵੇਖੋ ਪ੍ਰਬੰਧਕ ਜਥੇਬੰਦੀ ਵੱਲ। ਜਦੋਂ ਪ੍ਰਬੰਧ ਦੇ ਸਮੇਂ ਹੁੰਦੇ ਤਾਂ ਅਕਾਲ ਬੁੰਗੇ ਇਕੱਠੇ ਹੁੰਦੇ। ਉਹਨਾਂ ਦੇ ਸਮਾਗਮ ਦਾ ਨਾਮ ਗੁਰਮਤਾ ਹੁੰਦਾ ਸੀ। ਉਸ ਦਾ ਹਾਲ ਮੈਲਕਮ ਨੇ ਇਉਂ ਦਿੱਤਾ ਹੈ। ਜਿਸ ਵੇਲੇ ਸਰਦਾਰ ਇਸ ਗੰਭੀਰ ਕੰਮ ਲਈ ਇਕੱਠੇ ਹੁੰਦੇ ਸਨ ਤਾਂ ਸਮਝਿਆ ਜਾਂਦਾ ਸੀ ਕਿ ਸਾਰੇ ਨਿੱਜ ਦੇ ਤੇ ਸ਼ਖਸੀ ਝਗੜਿਆਂ ਦਾ ਅੰਤ ਹੋ ਗਿਆ ਹੈ ਤੇ ਸਾਰੇ ਆਦਮੀਆਂ ਨੇ ਆਪਣੇ ਜਾਤੀ ਤੇ ਸ਼ਖਸੀ ਭਾਵਾਂ ਨੂੰ ਪੰਥਕ ਭਲਾਈ ਦੀ ਯੱਗ ਵੇਦੀ ਤੋਂ ਕੁਰਬਾਨ ਕਰ ਦਿੱਤਾ ਹੈ ਤੇ ਸ਼ੁੱਧ ਦੇਸ਼ ਭਗਤੀ ਦੇ ਭਾਵਾਂ ਤੋਂ ਪ੍ਰੇਰਿਤ ਹੋ ਆਪਣੇ ਧਰਮ ਤੇ ਰਾਜ੍य ਲਈ ਇਕੱਠੇ ਹੋ ਇਹ ਕਿਸੇ ਹੋਰ ਗੱਲ ਨੂੰ ਧਿਆਨ ਵਿੱਚ ਨਹੀਂ ਲਿਆਉਂਦੇ। ਜਦ ਸਰਦਾਰ ਲੋਕ ਤਥਾ ਆਗੂ ਬੈਠ ਜਾਂਦੇ ਹਨ ਤਦ ਆਦਿ ਗ੍ਰੰਥ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਹਨ। ਪਵਿੱਤਰ ਗ੍ਰੰਥ ਦੇ ਸਾਹਮਣੇ ਸਾਰੇ ਮੱਥਾ ਟੇਕਦੇ ਹਨ ਤੇ ਵਾਹਿਗੁਰੂ ਜੀ ਕਾ ਖਾਲਸਾ ਆਦਿਕ ਵਾਕ ਉਚਾਰਦੇ ਹਨ। ਇਸ ਤੋਂ ਪਿੱਛੋਂ ਸਾਰੇ ਸੱਜਣ ਖੜੇ ਹੋ ਜਾਂਦੇ ਹਨ ਜਦ ਕਿ ਅਕਾਲੀ ਉੱਚੀ ਆਵਾਜ਼ ਨਾਲ ਅਰਦਾਸਾਂ ਕਰਦੇ ਹਨ। ਅਰਦਾਸੇ ਪਿੱਛੋਂ ਪ੍ਰਤੀਨਿਧ ਆਪੋ ਆਪਣੀ ਥਾਂ ਤੇ ਬੈਠ ਜਾਂਦੇ ਹਨ ਤੇ ਕੜਾਹ ਪ੍ਰਸ਼ਾਦ ਵੰਡੇ ਜਾਣ ਤੇ ਛਕ ਲੈਂਦੇ ਹਨ, ਜਿਸ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਸਾਰਿਆਂ ਵਿੱਚ ਇੱਕ ਮਹਾਨ ਕੰਮ ਲਈ ਪੂਰਨ ਏਕਾ ਹੈ। ਫਿਰ ਅਕਾਲੀ ਉੱਚੀ ਆਵਾਜ਼ ਨਾਲ ਕਹਿੰਦੇ ਹਨ ਕਿ ਸਰਦਾਰੋ ਇਹ ਗੁਰਮਤਾ ਹੈ। ਫਿਰ ਸਰਦਾਰ ਆਪੋ ਵਿੱਚ ਨੇੜੇ ਨੇੜੇ ਹੋ ਕੇ ਕਹਿੰਦੇ ਹਨ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਹਜ਼ੂਰੀ ਵਿੱਚ ਹਾਂ। ਆਓ ਅਸੀਂ ਆਪਣੇ ਇਸ ਧਰਮ ਗ੍ਰੰਥ ਦੀ ਸ਼ਪਥ ਲਈਏ ਕਿ ਅਸੀਂ ਆਪੋ ਵਿੱਚ ਸਾਰੇ ਝਗੜਿਆਂ ਨੂੰ ਭੁੱਲ ਕੇ ਇੱਕ ਮੱਤ ਹੋ ਕੰਮ ਕਰਾਂਗੇ। ਸਾਰੇ ਦਵੈਸ਼ਾਂ ਨੂੰ ਭੁੱਲਣ ਵਿੱਚ ਧਾਰਮਿਕ ਭਾਵ ਜਾਂ ਉਗਰ ਦੇਸ਼ ਭਗਤੀ ਦੇ ਇਸ ਸਮੇਂ ਤੋਂ ਲਾਭ ਉਠਾਇਆ ਜਾਂਦਾ ਹੈ। ਫਿਰ ਉਹ ਆਪੋ ਆਪਣੇ ਟਿਕਾਣੇ ਤੇ ਵਿਚਾਰ ਕਰਦੇ ਹਨ। ਫਿਰ ਉਸ ਨੂੰ ਦੂਰ ਕਰਨ ਦੇ ਸਰਵੋਤਮ ਉਪਾਅ ਸੋਚਦੇ ਹਨ। ਇਸ ਤੋਂ ਦਿਸ ਰਿਹਾ ਹੈ ਕਿ ਸਿੱਖ ਜਥੇਬੰਦ ਸਨ। ਜਥੇਬੰਦੀ ਉਹਨਾਂ ਦੀ ਪੱਛਮੀ ਢੰਗ ਦੀ ਨਹੀਂ ਸੀ ਪਰ ਆਪਣੇ ਢੰਗ ਦੀ ਸੀ, ਪਰ ਕੰਮ ਦੀ ਪੂਰੇ ਜਥੇਬੰਦੀ ਵਿੱਚ। ਉਹ ਕੌਮੀ ਲੋੜ ਮੁੱਖ ਰੱਖਦੇ ਸਨ, ਆਪਾ ਭੁੱਲਦੇ ਸਨ ਤੇ ਆਪਾ ਵਾਰਦੇ ਸਨ। ਗੁਰਮਤੇ ਵੇਲੇ ਈਰਖਾ, ਦੁਵੈਕ ਤੇ ਵਿਰੋਧ ਕੋਈ ਨਹੀਂ ਸਨ ਆਉਣ ਦਿੰਦੇ। ਇਸੇ ਕਰਕੇ ਮੁੱਕ ਕੇ ਫੇਰ ਅਮੁੱਕ ਹੋ ਜਾਂਦੇ ਸਨ। ਜਦ ਖਾਲਸੇ ਮੱਲਾਂ ਮਾਰੀਆਂ ਤਾਂ ਇੱਕ ਦੂਜੇ ਦਾ ਸਤਿਕਾਰ ਮੁੱਖ ਰੱਖਦੇ ਸਨ। ਸਰਹੰਦ ਦੀ ਲੜਾਈ ਬਾਬਤ ਕਨਿੰਗਮ ਸਾਹਿਬ ਲਿਖਦੇ ਹਨ, ਉਸ ਸਮੇਂ ਦੀਆਂ ਕਹਾਣੀਆਂ ਸੁਣ ਕੇ ਹੁਣ ਵੀ ਉਹ ਸਮਾਂ ਅੱਖਾਂ ਅੱਗੇ ਆ ਜਾਂਦਾ ਹੈ ਕਿ ਇਸ ਜਿੱਤ ਦੇ ਮਗਰੋਂ ਸਿੱਖ ਕਿਸ ਤਰ੍ਹਾਂ ਇਲਾਕੇ ਵਿੱਚ ਝਟਪਟ ਫੈਲ ਗਏ ਤੇ ਕਿਸ ਤਰ੍ਹਾਂ ਹਰ ਇੱਕ ਸਵਾਰ ਰਾਤ ਦਿਨ ਘੋੜਾ ਦੜਾਉਂਦਾ ਪਿੰਡ ਫਿਰਿਆ ਤੇ ਇਹ ਨਿਸ਼ਾਨ ਦੇਣ ਲਈ ਕਿ ਇਹ ਥਾਵਾਂ ਉਸ ਦੀ ਮਲਕੀਅਤ ਹੋ ਗਈਆਂ ਹਨ। ਕਿਸੇ ਵਿੱਚ ਆਪਣੀ ਪੱਟੀ, ਤਲਵਾਰ ਦਾ ਮਿਆਨ, ਕਿਸੇ ਵਿੱਚ ਆਪਣੇ ਸਰੀਰ ਦੇ ਕੱਪੜੇ ਤੇ ਲੜਾਈ ਦੇ ਹਥਿਆਰ ਸੁੱਟਦਾ ਗਿਆ, ਇੱਥੋਂ ਤੱਕ ਕਿ ਨੰਗਾ ਹੋ ਗਿਆ ਤੇ ਉਹਦੇ ਕੋਲ ਅਗਲੇ ਪਿੰਡ ਨਿਸ਼ਾਨੀ ਵਜੋਂ ਰੱਖਣ ਲਈ ਕੁਝ ਵੀ ਬਾਕੀ ਨਾ ਰਿਹਾ। ਇਸ ਗੱਲ ਨੂੰ ਮੁਫਤੀ ਅਲਾਉਦੀਨ ਨੇ ਵੀ ਲਿਖਿਆ ਹੈ ਤੇ ਇਸੇ ਤਰ੍ਹਾਂ ਵੰਡ ਵਿੱਚ ਆਏ ਕੁਝ ਪਿੰਡਾਂ ਦੇ ਨਾਮ ਪਤੇ ਵੀ ਦਿੱਤੇ ਹਨ। ਮੈਨਦਾਬ ਦੇ ਇਲਾਕੇ ਵਿੱਚ ਜੋ ਸਰਦਾਰੀਆਂ ਕਾਇਮ ਹੋਈਆਂ ਤੇ ਇਲਾਕਿਆਂ ਦੀਆਂ ਵੰਡ ਹੋਈ ਉਹ ਇਸੇ ਤਰ੍ਹਾਂ ਸੀ। ਇਸ ਤਰ੍ਹਾਂ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਜੀ ਆਪਣੇ ਪਾਸ ਹੀ ਦਫ਼ਤਰ ਰੱਖਦੇ ਹੁੰਦੇ ਸਨ ਤੇ ਜੇ ਕੋਈ ਗਿਰਾਂ, ਜਗ੍ਹਾ, ਟਿਕਾਣਾ,
कोई जथेदार फतेह करदा आप पास आके लिखा दिंदा ते ओह उसदा मालक हो जांदा, आपे विच कोई विखाद ना उठदा। इतिहासक विचार तो वखरे जो हुनर दे नुक्ते तो इस पोथी बाबत विचारीए तां इह रियलिस्टिक असल समाचार दस्सण वाली ते आदर्श दस्सण वाली चीज़ है, जिस विच उस वेले दे अमली पंथक जीवन दा अते इतिहास नुक्ते तो उस वेले दे समयां दा दुरुस्त असली नक्शा अंकित है। फिर सिख आदर्श इस विच ठीक तरह वर्णन कीता है। दरअसल उस समय दा पंथक जीवन सी ही आदर्शक ते कलगीधर जी ने जो आदर्श दस्सिया सी ओह असलीयत हो के पंथ विच वरतन विच आ रहा सी। इन्हां सारे समाचारों तो पता लगता है कि करता जी ने सुंदरी विच किस तरह पुरातन सिख जीवन, उस समय दे राज प्रबंध दे अत्याचार, सिखां ते होए अकैह ते करड़े जुल्म ते सिखां दी सूरबीरता दा हूबहू ते बिल्कुल दुरुस्त नक्शा खिंचिया है। सुंदरी इतिहासक वार्ता दे कैमरे द्वारा उस समय दे देश विच वरत रहे समाचारां ते सिख जीवन दा एक फोटो है ते लेखक जी ने इस विच उस समय दे सिख कैरेक्टर ते खालसा कौम दे समुचे तौर ते मानो एक जिउंदी जागदी मूर्ति चित्रित कर दिती है। पंथ तदों विशेष करके खालसा आदर्श वाला पंथक जीवन बतीत कर रहा सी। हाँ, लेखक जी दा विशाल ते सिੱਖੀ जीवन ते खालसा आदर्श नूं जानन वाला अनुभव भी इस विच वरत रहा ते आदर्शक हाल गोंदवां ते प्रभावां वाला लिख सकदा सी। सुंदरी जदों छपी है तदों की असर पिया, इसका अंदाजा कर सकना कठिन है, पर कुछ वाक़े थोड़े ही दिनां विच जगह जगह होए सन कि अनअमरतीय ਸਿੰਘਾਂ ने अमृत छके ते सहजधारी ਸਿੰਘ बने। श्रीमान सरदार आया सिंह जी तदों हिसार वाले पासे EAC सन। आप दसदे हुंदे सन कि असी एक दिन दौरे गए ते बंदोबस्त दे एक सिंह अफसर दे डेरे पहुंचे कि यह सिख है, इस पास रहांगे। पर जद असी मिले तां उसने तहमत बद्धी हुई केस खिलरे होए ते सानू मिलदियां गिला करन लगा कि किस कौम विच असी जम पए, ना अग्गा ना पिछा, वहूश दे वहूश। सरदार जी दसदे हुंदे सी कि असी उदास होके उठ आए ते उस पास ठहरना मुनासिब ना समझिया। 6 महीने बाद आप दसदे हन कि असी फिर दौरे गए तां उसनू मिलन दा इतफाक होया। दूरी दस्तार ते हथ विच कड़ा वेख के असी आश्चर्य होके पुछया कि आप तैयार बर तैयार हो गए हो सरदार जी, यह की कारण वरतिया है? तां आखन लगे, सरदार जीओ मैं तां भुला ही रहा, साडी कौम दा पिछा तां बड़ा बजुर्ग है, साडा इतिहास तां साडे फखरां दा परबत है, जिन्हां दा पिछा एडा शानदार है उन्हां दा अग्गा बड़ा शानदार होएगा। असा पुछया 6 महीने होए तां आप दे ख्याल होर वे सन, यह परिवर्तन कीकू होया? तां आप उठ के अंदरों जाके सुंदरी दी पोथी चुक लियाए ते आखन लगे, आ पढ़ो। मैनू तां यह पढ़ के जागरत आई है कि असी एक निहायत ही बजुर्ग कौम दे बच्चे हाँ। सरदार आया सिंह जी दसदे सन कि असां सुंदरी पढ़ी हुई सी। असी बड़े प्रसन्न होए ते उन्हां नूं वधाई दित्ती ते आख्या, सरदार जी इतिहास ही कौम दी जान है। इस पोथी विच तां साडे इतिहास दी वनगी मात्र है, सारे नूं खोजो ते विचारो तां दंग रह जाओगे। उन्हां दिनां विच जम्मू ते बलोचिस्तान तक तो पत्तर इस प्रकार दे असरां दे आउंदे सन। सैकड़े सिख नौजवान माई भाई अजे मिलते हैं कि जिन्हां दे मन विच सुंदरी पढ़ के पंथ की शान बहुत वध गई ते उन्हां विच पंथक जीवन, कौमी प्यार ते सिक्खी दा मान पैदा हो गया। इस सिलसिले विच एक गल होर वेखण वाली है कि इस अरसे विच सुंदरी 20 वार छप चुकी है ते लगभग 80,000 कापी इस दी निकल चुकी है। इस निक्की जही पोथी ने कौमी जीवन का प्यार, सिक्खी दा चाओ ते धर्म भाव कौम विच बहुत पैदा कीता ते पंथ दी जागृति विच इस दा बहुत सारा हिस्सा है। थोड़े समय विच ही तकरीबन सारे सिख आश्रमां विच पढ़ाई जान लग पई ते इम्तिहान दा कोर्स बन गई। दूजे पासे उस समय दे कुछ खास कर ते हुण भी बहुत सारे उपदेशक
ਤੇ ਪ੍ਰਚਾਰਕ ਸੁੰਦਰੀ ਵਿੱਚੋਂ ਪੜੇ ਸਮਾਚਾਰ ਸੁਣਾਉਂਦੇ ਹੁੰਦੇ ਸਨ ਤੇ ਹਨ। ਇਉਂ ਇਸ ਨਿੱਕੀ ਜਿਹੀ ਪੋਥੀ ਨੇ ਕੀ ਪੜੇ ਹੋਏ ਤੇ ਕੀ ਅਨਪੜ੍ਹ ਅਨੰਤ ਸਿੱਖਾਂ ਵਿੱਚ ਧਰਮ ਦੀ ਰੋਹ ਚਲਾਈ ਸੀ। ਇਸ ਦੇ ਨਾਲ ਹੀ ਇਹ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਕਿਤਾਬ ਵਧੀਆ ਲੱਗੀ ਹੋਵੇਗੀ। ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਸਾਡਾ ਇਹ ਉਪਰਾਲਾ ਸਫਲ ਹੋ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।